तेरे कवन कवन गुण कह कह गावां। तू साहिब गुणी निधाना, तुमरी महिमा बरन ना साकों। तू ठाकुर ऊच भगवाना, जेता जियो पिंड सब तेरा। तू अंतर जामी पुरख भगवान। दासन दास कह जन नानक, जेहा तू कराहे तेहा हों करी वखियान। धन वाहिगुरु जी। झूठै मान कहा करै, जग सुपने ज्यों जान। इन मैं कश तेरो नहीं, नानक कहयो बखान। गर्भ करत है देह को, बिन सैशन मैं मीत। जेह प्राणी हर जस कहयो, नानक तेह जग जीत। गर्भ करत है देह को, बिन सैशन मैं मीत। जेह प्राणी हर जस कहयो, नानक तेह जग जीत। झूठै मान कहा करै, जग सुपने ज्यों जान। इन मैं कछ तेरो नहीं, नानक कहयो बखान। वाहिगुरु जी का खालसा, वाहिगुरु जी की फतेह। परम सन्मानयोग चवर छतर तख्त दे मालक, जुगो जुग अटल धन धन सतगुरु गुरु ग्रंथ साहिब सच्चे पातशाह जी दी पावन हजूरी अंदर सुभाएमान गुरु सवारे सतसंगी जनों। सतगुरां ने रहमत बख्शिश की है। हफ्तावारी दीवान दियां हाजरियां भर के सतगुरां दी पावन गुरबाणी दे पाठ, गुरबाणी कीर्तन आप जियां ने सरवण कीते हैं। चल रही लड़ीवार कथा सतगुरु गुरु तेग बहादुर सच्चे पातशाह महाराज जी तिन्हां दी उचारण की हुई पावन बाणी जो श्लोक हैं उन्हां दी विचार चल रही है। 41 नंबर और 42 नंबर जो श्लोक आप जी ने सरवण किया, इस दी विचार ते इस दे नाल ही अज दा जो विशेष दीवान बाबा अदली जी उन्हां दी याद अंदर समूह नानक नाम लेवा संगत वालों हर साल की तरह सतगुरां दे चरण परसे जाते हैं। इस बारी भी सेवक परिवारों वालों सेवा की जा रही है। उस संबंधी भी विचारा करांगे। आओ पहला शब्द नाल जुड़िए। करो कृपा सारे माई भाई असीस बख्शो। मन के टिकाव ते एकाग्रता दे वास्ते आओ सारे मिल के उच्चारण करिए जी। सतनाम श्री वाहिगुरु जी। करो सारी कृपा। सतनाम। सतगुरु गुरु तेग बहादुर सच्चे पातशाह महाराज जी बख्शिश कर रहे हैं। दोनों श्लोक इस करके इकट्ठे विचारन का मन बना लिया क्योंकि दोनों का विचार भाव इको ही है। सैब बख्शिश कर रहे हैं। पहला असीं अखरी अर्थ समझिए।
ਝੂਠੇ ਮਾਨ ਕਾਹਾ ਕਰੈ ਜਗ ਸੁਪਨੇ ਜਿਉ ਜਾਣ। ਝੂਠੇ ਦਾ ਮਤਲਬ ਇੱਥੇ ਅਰਥ ਹੋ ਗਿਆ ਨਾਸ਼ਵੰਤ, ਜੋ ਸਦੀਵੀ ਨਹੀਂ ਹੈ, ਜੋ ਰਹਿਣਾ ਨਹੀਂ ਹੈ, ਜੋ ਸਥਿਰ ਨਹੀਂ ਹੈ। ਮਹਾਰਾਜ ਕਹਿੰਦੇ ਮਾਨ ਕਾਹਦਾ ਕਰਦਾ? ਮਾਨ ਦਾ ਅਰਥ ਹੋ ਗਿਆ ਅਹੰਕਾਰ। ਮਹਾਰਾਜ ਕਹਿੰਦੇ ਝੂਠਾ ਪਦਾਰਥ ਹੈ, ਝੂਠਾ ਸੰਸਾਰ ਹੈ, ਸਰੀਰ ਵੀ ਝੂਠਾ, ਸਭ ਕੁਝ ਬਿਨਸਨਹਾਰ ਤੇ ਝੂਠਾ ਸਭ ਕੁਝ ਹੈ। ਫਿਰ ਮਾਨ ਕਿਸ ਗੱਲ ਦਾ? ਅਹੰਕਾਰ ਕਿਸ ਗੱਲ ਦਾ? ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਝੂਠੇ ਮਾਨ ਕਾਹਾਂ ਕਰੈ ਜਗ ਸੁਪਨੇ ਜਿਉ ਜਾਣ। ਜਗਤ ਜਿਹੜਾ ਹੈ ਇਹਨੂੰ ਸੁਪਨੇ ਦੀ ਨਿਆਈ ਸਮਝ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਕਿ ਝੂਠੇ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ। ਇਨ ਮੈਂ ਕਛ, ਇਹਨਾਂ ਵਿੱਚੋਂ ਕਛ ਭਗਤ ਕੁਝ ਵੀ ਨਹੀਂ, ਤੇਰਾ ਕੁਝ ਨਹੀਂ ਹੈ। ਇਨ ਮੈਂ ਕਛ ਤੇਰੋ ਨਹੀਂ, ਨਾਨਕ ਕਹਿਓ ਬਖਾਨ। ਬਖਾਨ ਦਾ ਮਤਲਬ ਉਹਦਾ ਆਖਣਾ, ਆਖੀ ਗੱਲ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਮੈਂ ਆਪਣੀ ਰਸਨਾ ਤੋਂ, ਜ਼ੁਬਾਨ ਤੋਂ, ਮੁਖ ਤੋਂ ਇਹ ਗੱਲ ਬੋਲ ਕੇ ਕਹਿ ਰਿਹਾ ਕਿ ਜਗਤ ਸੰਸਾਰ ਦੇ ਵਿੱਚ ਮਾਨ ਕਰਨਾ, ਅਹੰਕਾਰ ਕਰਨਾ ਵਿਅਰਥ ਹੈ। ਕਿਉਂ ਕਰਦਾ? ਕਿਉਂਕਿ ਜਗਤ ਇੱਕ ਸੁਪਨੇ ਦੀ ਨਿਆਈ ਹੈ। ਸੰਸਾਰ ਵਿੱਚ ਜੋ ਪਦਾਰਥ ਦਿਸਦੇ ਪਏ ਨੇ ਇਹਨਾਂ ਵਿੱਚੋਂ ਤੇਰਾ ਕੋਈ ਨਹੀਂ ਹੈ। ਇਹ ਹੋ ਗਿਆ 41 ਨੰਬਰ ਸ਼ਲੋਕ। ਅਗਲਾ 42 ਨੰਬਰ ਉਹ ਵੀ ਨਾਲ ਰਲਦਾ ਮਿਲਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਗਰਭ ਕਰਤ ਹੈ ਦੇਹ ਕੋ। ਇੱਥੇ ਵੀ ਗਰਭ ਦਾ ਮਤਲਬ ਜਿਵੇਂ ਮਾਨ ਆਇਆ, ਇੱਥੇ ਗਰਭ ਦਾ ਅਰਥ ਅਹੰਕਾਰ ਹੋ ਗਿਆ। ਮਹਾਰਾਜ ਕਹਿੰਦੇ ਦੇਹੀ ਦਾ ਅਹੰਕਾਰ ਕਿਉਂ ਕਰਦਾ ਹੈ? ਗਰਭ ਕਰਤ ਹੈ ਦੇਹ ਕੋ ਬਿਨਸੈ ਛਿਨ ਮੈਂ ਮੀਤ। ਇਹ ਮੇਰੇ ਮਿੱਤਰ ਇੱਕ ਛਿਨ ਵਿੱਚ ਜਿਹਨੇ ਬਿਨਸ ਜਾਣਾ ਹੈ, ਖਤਮ ਹੋ ਜਾਣਾ ਹੈ। ਤੇ ਅੱਗੇ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੇ ਪ੍ਰਾਨੀ ਹਰ ਜਸ ਕਹਿਓ ਨਾਨਕ ਤੇਹ ਜਗ ਜੀਤ। ਇੱਕ ਤੋਕ ਵਿੱਚ ਇਹ ਕਹਿ ਦਿੱਤਾ ਇਹ ਜਿਹੜਾ ਜਗਤ ਸੰਸਾਰ ਹੈ, ਸਤਿਗੁਰੂ ਮਹਾਰਾਜ ਜੀ ਕਹਿੰਦੇ ਇਹਦਾ ਮਾਨ ਕਾਹਦਾ? ਵਿਅਰਥ ਹੈ, ਝੂਠਾ ਹੈ। ਦੇਹੀ ਦਾ ਅਹੰਕਾਰ ਕਾਹਦਾ? ਦੂਜੇ ਬੰਨੇ ਮਹਾਰਾਜ ਬਖਸ਼ਿਸ਼ ਕਰਕੇ ਇਹਨਾਂ ਸ਼ਲੋਕਾਂ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੇ ਪ੍ਰਾਨੀ ਹਰ ਜਸ ਕਹਿਓ। ਉਹ ਜਿਸ ਪ੍ਰਾਣੀ ਨੇ ਜਸ ਕਹਿਆ, ਆਪਾਂ ਉਹਨਾਂ ਦਾ ਜ਼ਿਕਰ ਵੀ ਅੱਜ ਕਰਾਂਗੇ ਬਾਬਾ ਅਦਲੀ ਜੀ। ਜਿਹੇ ਪ੍ਰਾਨੀ ਹਰ ਜਸ ਕਹਿਓ ਨਾਨਕ ਤੇਹ ਜਗ ਜੀਤ। ਉਹ ਜਗਤ ਸੰਸਾਰ ਨੂੰ ਜਿੱਤ ਜਾਂਦੇ ਨੇ। ਇਹ ਹੈ ਸ਼ਲੋਕਾਂ ਦੇ ਅੱਖਰੀ ਅਰਥ ਜਿਹੜੇ ਅਸੀਂ ਪਹਿਲਾਂ ਸਮਝੇ। ਆਓ ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਦੇਖੀਏ। ਜਦੋਂ ਅਸੀਂ ਮਾਨ ਦੀ ਗੱਲ, ਅਹੰਕਾਰ ਦੀ ਗੱਲ ਕਰਾਂਗੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਦੇਖਾਂਗੇ ਤੇ ਬਹੁਤ ਬਚਨ ਆਉਂਦੇ ਜਿਹਦੇ ਚ ਮਹਾਰਾਜ ਕਹਿੰਦੇ ਮਨੁੱਖ ਅਹੰਕਾਰ ਜੋ ਕਰਦਾ ਹੈ, ਮਾਨ ਜਿਹੜਾ ਕਰਦਾ ਹੈ। ਮਹਾਰਾਜ ਕਹਿੰਦੇ ਦੱਸੋ ਅੱਜ ਤੱਕ ਸੰਸਾਰ ਵਿੱਚ ਅਹੰਕਾਰ ਮਾਨ ਕਰਨ ਵਾਲਿਆਂ ਖਟਿਆ ਕੀ ਸੰਸਾਰ ਵਿੱਚੋਂ? ਸਤਿਗੁਰੂ ਦੇ ਬਚਨ ਨੇ ਅਸੀਂ ਸੁਖਮਨੀ ਸਾਹਿਬ ਦੀ ਬਾਣੀ ਚੋਂ ਥੋੜੇ ਜਿਹੇ ਪ੍ਰਮਾਣ ਲੈ ਲਈਏ। ਉਹਦਾ ਸ਼ਲੋਕ ਹੈ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ। ਬੜੇ ਬੜੇ ਹੰਕਾਰ ਕਰਨ ਵਾਲੇ ਕੀ ਹੋਇਆ ਜੀ? ਨਾਨਕ ਗਰਭ ਗਲੇ। ਮਹਾਰਾਜ ਕਹਿੰਦੇ ਗਲ ਗਏ, ਸੜ ਗਏ ਸੰਸਾਰ ਅੰਦਰ, ਕੁਛ ਨਾ ਮਿਲਿਆ, ਕੁਛ ਪੱਲੇ ਨਾ ਪਿਆ। ਅਹੰਕਾਰ ਕਰਨ ਵਾਲੇ। ਅਗਲੀ ਜਦੋਂ ਅਸ਼ਟਪਦੀ ਦੀ ਸ਼ੁਰੂਆਤ ਹੁੰਦੀ ਹੈ ਫਿਰ ਸਤਿਗੁਰੂ ਮਹਾਰਾਜ ਕਹਿੰਦੇ ਜਾਂ ਕੈ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਆਨ। ਜੋ ਜਾਣੈ ਮੈਂ ਜੋਬਨਵੰਤ ਸੋ ਹੋਵਤ ਵਿਸ਼ਟਾ ਕਾ ਜੰਤ। ਆਪਸ ਕੋ ਕਰਮਵੰਤ ਕਹਾਵੈ ਜਨਮ ਮਰੈ ਬੋ ਜੂਨ ਪਰਮਾਵੇ। ਧਨ ਭੂਮਿਕਾ ਜੋ ਕਰੈ ਗੁਮਾਨ। ਅਹੰਕਾਰ ਹੀ ਆ ਗਿਆ ਨਾ। ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ। ਪਰ ਅਖੀਰਲੀ ਤੁਕ ਚ ਕਹਿ ਦਿੱਤਾ ਵਿਰਲਿਆਂ ਨੂੰ ਤੁਸੀਂ ਮਹਾਰਾਜ ਕਿਰਪਾ ਕੀਤੀ, ਮਾਨ ਚੋਂ ਕੱਢ ਲਿਆ। ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਵਸਾਵੈ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਪਰਮਾਤਮਾ ਨਿਮਰਤਾ ਭਾਵ ਅਹੰਕਾਰ ਮਿਟਾ ਦਿੱਤਾ, ਉਹ ਪ੍ਰਭੂ ਦੀ ਦਰਗਾਹ ਵਿੱਚ ਮਾਨ ਪਾ ਗਏ। ਧਨਵੰਤਾ ਹੋਏ ਕਰ ਗਰਬਾਵੇ ਤ੍ਰਿਣ ਸਮਾਨ ਕੈ ਸੰਗ ਨਾ ਜਾਵੈ। ਬਹੁ ਲਸ਼ਕਰ ਮਾਨੁਖ ਉਪਰ ਕਰੇ ਆਸ ਫਲ ਪੀਤਰਤਾ ਕਾ ਹੋਏ ਵਿਨਾਸ਼। ਸਭ ਤੇ ਆਪ ਜਾਣੈ ਬਲਵੰਤ ਖਿਰਮੈ ਹੋਏ ਜਾਏ ਬਸ ਕਿਸੇ ਨਾ ਵਧੈ ਆਪ ਅਹੰਕਾਰੀ। ਇਹਦੇ ਅਰਥ ਕਿਤੇ ਵੇਖਿਓ ਜੀ। ਮਹਾਰਾਜ ਕਹਿੰਦੇ ਜਿਹੜਾ ਦੂਜੇ ਨੂੰ ਕੁਝ ਨਾ ਸਮਝਦਾ, ਅਹੰਕਾਰ ਚ ਫੁੱਲਿਆ ਪਿਆ ਹੈ। ਧਰਮ ਰਾਜ ਤਿਸ ਕਰੇ, ਧਰਮ ਰਾਜ ਤਿਸ ਕਰੇ ਖੁਆਰੀ। ਮਹਾਰਾਜ ਕਹਿੰਦੇ ਖੁਆਰ ਹੁੰਦਾ। ਖੈਰ ਮੈਂ ਜਿਹੜੀ ਬੇਨਤੀ ਕਰਨ ਲੱਗਿਆ, ਅੱਜ ਦਾ ਜੋ ਦੋਨਾਂ ਸ਼ਲੋਕਾਂ ਦਾ ਪ੍ਰਕਰਨ ਚੱਲੇਗਾ ਇਹਦੇ ਵਿੱਚ ਹੈ ਕਿ ਅਹੰਕਾਰ ਤੇ ਮਾਨ ਜਿਹੜਾ ਮਨੁੱਖ ਨੂੰ ਸਾੜ ਦੇਗਾ, ਕੁਝ ਪੱਲੇ ਨਹੀਂ ਪਏਗਾ। ਅਹੰਕਾਰ ਮਾਨ ਜਿਨ੍ਹਾਂ ਨੇ ਤਿਆਗਿਆ ਉਹਨਾਂ ਦੀਆਂ ਕੈਸਾ ਜੀਵਨ ਹੈ ਉਹਦਾ ਵੀ ਜ਼ਿਕਰ ਕਰਨਾ। ਆਪਾਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਅਹੰਕਾਰ ਦੇ ਸੰਬੰਧੀ ਪ੍ਰਮਾਣ ਲੈ ਰਹੇ ਹਾਂ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ। ਇੰਨੀ ਸੋਹਣੀ ਸੁੰਦਰ ਦੇਹੀ ਨੂੰ ਵੇਖ ਕੇ ਕਾਹਦਾ ਹੰਕਾਰ ਕਰਦਾ ਹੈ। ਆਜ ਕਾਲ ਤਰ ਜਾਓਗੇ ਜਿਉਂ ਕਾਂਚੁਰੀ
ਕੋਈ ਅੰਗ ਜਿਵੇਂ ਕਹਿੰਦੇ ਨੇ ਸੱਪ ਨੇ ਕੁੰਝ ਲਾ ਕੇ ਸੁੱਟ ਦੇਣੀ ਸਰੀਰਤਾ, ਇਸ ਤਰ੍ਹਾਂ ਵੇਖੋ ਮਾਣ ਜਦੋਂ ਬੰਦਾ ਅਹੰਕਾਰ ਕਰਦਾ ਨਾ, ਜਵਾਨੀ ਦਾ ਵੀ ਤੇ ਇੱਕ ਅਹੰਕਾਰ ਹੀ ਹੁੰਦਾ ਹੈ ਨਾ, ਸੁੰਦਰਤਾ ਦਾ ਵੀ ਅਹੰਕਾਰ। ਜਦੋਂ ਦੇਹ ਦਾ ਜ਼ਿਕਰ ਆਵੇ ਨਾ, ਦੇਹ ਦੇ ਨਾਲ ਸਾਰੀਆਂ ਗੱਲਾਂ ਜੁੜ ਜਾਣੀਆਂ ਨੇ। ਦੇਹ ਦੇ ਅਹੰਕਾਰ ਨਾਲ ਆਪਣੀਆਂ ਬਾਹਾਂ ਦਾ ਮਾਣ, ਗਲੇ ਦਾ ਮਾਣ, ਅੱਖਾਂ ਦਾ ਮਾਣ, ਸੁੰਦਰਤਾ ਦਾ ਮਾਣ, ਇਹ ਸਾਰੇ ਕੁਝ ਤੇ ਦੇਹ ਹੀ ਨਾਲ ਜੁੜੇ ਪਏ ਨੇ ਨਾ। ਮਾਰੇ ਕਹਿੰਦੇ ਇਹਨਾਂ ਸਾਰਿਆਂ ਦਾ ਅਹੰਕਾਰ ਕਰਨ ਵਾਲੇ ਬੰਦੇ, ਜੇ ਤੂੰ ਵੇਖਿਆ ਜਾਏ ਤੇਰਾ ਜੀਵਨ ਹੈ ਕੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ 'ਚ ਮੇਰੇ ਸਾਹਿਬ ਜੀ ਕਹਿੰਦੇ ਕਾਹਾਂ ਨਰ ਗਰਬਸ ਥੋੜੀ ਬਾਤ, ਇਹ ਭਗਤ ਕਬੀਰ ਸਾਹਿਬ ਦਾ ਵਚਨ ਹੈ। ਕਹਿੰਦੇ ਬੰਦੇ ਅਹੰਕਾਰ ਕਰਦਾ ਕਿਹੜੀ ਗੱਲ ਦਾ ਤੂੰ? ਕਾਹਾਂ ਨਰ ਗਰਬਸ, ਗਰਬਸ ਦਾ ਅਰਥ ਅਹੰਕਾਰ ਹੀ ਹੈ, ਮਾਨ ਹੈ। ਕਾਹਾਂ ਨਰ ਗਰਬਸ ਥੋੜੀ ਬਾਤ, ਮਨ ਦਸ ਨਾਜ ਟਕਾ ਚਾਰ ਗਾਂਟੀ, ਐਂਡੋ ਟੇਢੋ ਜਾਤ। ਇਹਦੇ ਅਰਥ ਕਰਨੇ ਪੈਣੇ ਆ। ਕੁਝ ਪੰਕਤੀਆਂ ਹੁੰਦੀਆਂ ਜਿਹਦੇ ਅਰਥ ਸਰਲ ਸਮਝ ਆ ਜਾਂਦੇ ਆ। ਇਹ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਹਾਂ ਨਰ, ਨਰ ਦਾ ਮਤਲਬ ਜੀਵ, ਇੱਥੇ ਨਰ ਦਾ ਮਤਲਬ ਦੋਨੋਂ, ਇਸਤਰੀ ਪੁਰਸ਼ ਦੋਨੋਂ ਹੀ, ਕਿਉਂਕਿ ਅਹੰਕਾਰ ਇਕੱਲੇ ਬੰਦੇ ਨੂੰ ਥੋੜਾ ਹੋਣਾ ਹੈ, ਔਰਤ ਨੂੰ ਵੀ ਤਾਂ ਹੋ ਸਕਦਾ ਹੈ ਨਾ, ਦੋਨਾਂ ਦੇ ਵਾਸਤੇ ਬਰਾਬਰ ਗੱਲ ਹੈ। ਕਬੀਰ ਸਾਹਿਬ ਜੀ ਕਹਿ ਰਹੇ ਕਾਹਾਂ ਨਰ ਹੈ ਜੀਵ ਹੈ ਪ੍ਰਾਣੀ, ਤੂੰ ਕਾਹਦਾ ਮਾਨ ਕਰਦਾ ਹੈ? ਕਹਿੰਦੇ ਕਾਹਾਂ ਨਰ ਗਰਬਸ ਥੋੜੀ ਬਾਤ, ਮਨ ਦਸ ਨਾਜ ਟਕਾ ਚਾਰ ਗਾਂਠੀ। ਇਹਦੇ ਅਰਥ ਪਤਾ ਕੀ ਹੋ ਗਏ? ਜੇ 10 ਮਣ ਤੇਰੇ ਭੜੋਲੇ 'ਚ ਕਣਕ ਆ ਗਈ ਹੈ ਤੇ ਕੀ ਹੋਇਆ? ਅਰਥ ਇਹਦੇ ਇਹ ਨੇ, ਜੇ 10 ਮਣ ਭੜੋਲੇ 'ਚ ਕਣਕ ਪੈ ਗਈ ਹੈ ਤੇ 4 ਦਮੜੇ ਪੱਲੇ ਆ ਗਏ ਨੇ, ਤੇ ਟੇਢਾ ਹੋ ਕੇ ਕਿਉਂ ਤੁਰਦਾ ਹੈ? ਇਹ ਭਗਤ ਕਬੀਰ ਸਾਹਿਬ ਕਹਿ ਰਹੇ ਨੇ। ਮਨ ਦਸ ਨਾਜ ਟਕਾ ਚਾਰ ਗਾਂਠੀ, 4 ਪੱਲੇ ਤੇਰੇ ਆ ਗਈਆਂ, ਪੈਸੇ ਦੀਆਂ ਗਰਣੀਆਂ ਮਿਲ ਗਈਆਂ, ਤੇ ਕਾਹਦਾ ਮਾਨ ਕਰਦਾ ਹੈ? ਮਨ ਦਸ ਨਾਜ ਚਕਾ ਟਕਾ ਚਾਰ ਗਾਂਠੀ, ਐਂਡੋ ਟੇਢੋ ਜਾਤ। ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਬਹੁਤ ਪ੍ਰਤਾਪ ਗਾਉ 100 ਪਾਏ। ਮੰਨ ਲਓ ਜੇ 100 ਪਿੰਡ ਦਾ ਤੂੰ ਚੌਧਰੀ ਬਣ ਗਿਆ ਤਾਂ ਹੋਇਆ ਕੀ ਇਹਦੇ 'ਚ? ਬਾਣੀ ਦੇ ਬਚਨ ਨੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਦੇਖੋ ਭਾਈ, ਜੇ ਤੂੰ ਇਲਾਕੇ ਦਾ ਚੌਧਰੀ ਬਣ ਗਿਆ, ਮੰਨ ਲਓ ਅੱਜ ਦੇ ਸਮੇਂ 'ਚ ਅਸੀਂ ਚਲੋ ਸ਼ਬਦ ਇਸ ਤਰ੍ਹਾਂ ਦੇ ਵਰਤੇ ਬਣੇ ਆ ਕਿ ਤੂੰ ਸਰਪੰਚ ਬਣ ਗਿਆ, MP ਬਣ ਗਿਆ, ਮੰਤਰੀ ਬਣ ਗਿਆ, ਮੁੱਖ ਮੰਤਰੀ ਬਣ ਗਿਆ, ਪ੍ਰਧਾਨ ਮੰਤਰੀ ਬਣ ਗਿਆ, ਕੁਝ ਵੀ ਬਣ ਗਿਆ। ਅੱਜ ਦੇ ਸਮੇਂ 'ਚ ਇਹੀ ਵਿਆਖਿਆ ਕਰਨੀ ਪਏਗੀ ਨਾ, ਕਿਉਂਕਿ ਅੱਜ ਕੱਲ੍ਹ ਇਹ ਲੋਕ ਬਣਦੇ ਨੇ। ਭਗਤ ਜੀ ਕਹਿੰਦੇ ਮੰਨ ਲਓ ਜੇ 4 ਤੈਨੂੰ ਕੋਈ ਚੇਅਰਮੈਨੀ ਮਿਲ ਗਈ ਹੈ, ਜਾਂ ਤੈਨੂੰ ਕੋਈ ਲੰਬਰਦਾਰੀ ਮਿਲ ਗਈ ਹੈ, ਮੰਨ ਲਓ ਤੂੰ MLA MP ਬਣ ਗਿਆ, ਤੇ ਹੋਇਆ ਕੀ ਇਹਦੇ ਵਿੱਚ? ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ ਬਹੁਤ ਪ੍ਰਤਾਪ ਗਾਉ 100 ਪਾਏ, 2 ਲੱਖ ਟਕਾ ਬਰਾਤ। ਬਰਾਤ ਦਾ ਤੇ ਬਰਾਤ ਉਹ ਨਹੀਂ ਜਿਹੜੀ ਆਪਾਂ ਵਿਆਹਣ ਵਾਸਤੇ ਲਾੜੇ ਨੇ, ਉਹ ਬਰਾਤ। ਇਹ ਤੇ ਬਰਾਤ ਦਾ ਅਰਥ ਜ਼ਗੀਰਦਾਰੀ, ਜ਼ਮੀਨ ਜਾਇਦਾਦ। ਮੰਨ ਲਓ ਜ਼ਮੀਨ ਜਾਇਦਾਦ ਮਿਲ ਗਈ, 4 ਪੈਸੇ ਮਿਲ ਗਏ, ਬੰਦਿਆ ਕਾਹਦਾ ਮਾਨ ਤੇ ਹੰਕਾਰ ਕਰਦਾ ਹੈ? ਮਨ ਦਸ ਨਾਜ ਟਕਾ ਚਾਰ ਗਾਂਠੀ, ਐਂਡੋ ਟੇਢੋ ਜਾਤ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਇਹ ਜਿਹੜਾ ਧਨ ਹੈ ਨਾ ਕੋ ਲੈ ਤੇ ਨਾ ਕੋ ਲੈ ਜਾਤ, ਦਿਵਸ 4 ਕੀ ਕਰੋ ਸਾਹਿਬੀ। 4 ਦਿਨ ਦੀ ਮੰਨ ਲਓ ਤੈਨੂੰ ਮਾਲਕੀ ਮਿਲ ਵੀ ਗਈ ਹੈ, ਜੈਸੇ ਬਨ ਹਰ ਪਾਤ। ਆ ਪੱਤੇ ਸਾਨੂੰ ਸਭ ਨੂੰ ਪਤਾ ਖਿੜੇ ਨਜ਼ਰ ਆਉਂਦੇ ਨੇ ਨਾ, ਜਦੋਂ ਪੱਤ ਝੜ ਆਉਂਦੀ ਫਿਰ ਐ ਰੁੰਡ ਮੁੰਡ ਸਭ ਕੁਝ ਹੋ ਜਾਂਦਾ, ਲੱਭਦਾ ਨਹੀਂ ਪੱਤਾ ਫਿਰ ਕੋਈ ਉੱਥੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਵੇਂ ਪੱਤੇ ਸਾਰੇ ਖਤਮ ਹੋ ਜਾਂਦੇ ਨੇ, ਤੇਰਾ ਜੀਵਨ ਇਸ ਤਰ੍ਹਾਂ ਦਾ। ਖੈਰ ਮੈਂ ਥੋੜੇ ਜਿਹੇ ਪ੍ਰਮਾਣ ਦਿਆਂ, ਹੋਰ ਫਿਰ ਆਪਾਂ ਗੁਰਮੁਖ ਦੇ ਜੀਵਨ ਤੇ ਵੀ ਆਉਣਾ ਹੈ। ਆਪਾਂ ਅੱਜ ਦਾ ਜਿਹੜਾ ਪ੍ਰਕਰਨ ਹੈ ਗਰਭ ਅਹੰਕਾਰ ਦਾ ਜਿਹੜਾ ਚੱਲ ਰਿਹਾ, ਮਨੁੱਖ ਮਾਣ ਦੇਹੀ ਦਾ ਕਰ ਰਿਹਾ। ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਹੈ, ਉਹ ਕਹਿੰਦੇ ਗਹਿਰੀ ਕਰਕੇ ਨੀਵ ਖਦਾਈ ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋਵਦ ਕਾਈ ਜਿਨ ਤਿਰਣ ਧਰ ਮੂੰਡ ਬਲਾਏ, ਹਮਰੋ ਕਰਤਾ ਰਾਮ ਸਨੇਹੀ ਕਾਹੇ ਰੇ ਨਰ ਗਰਭ ਕਰਤ ਹੋ। ਉੱਥੇ ਵੀ ਅਹੰਕਾਰ ਹੀ ਆ ਗਿਆ ਨਾ, ਉਹ ਸਾਰਾ ਸ਼ਬਦ ਅਹੰਕਾਰ ਦੀ ਵਿਆਖਿਆ ਕਰਦਾ। ਹਮਰੋ ਕਰਤਾ ਰਾਮ ਸਨੇਹੀ ਕਾਹੇ ਰੇ ਨਰ ਗਰਭ ਕਰਤ ਹੋ, ਬਿਨਸ ਜਾਏ ਝੂਠੀ ਦੇਹੀ। ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਰਹੇ ਨੇ ਕਿ ਬਿਨਸ ਛਿਨ ਮੈਂ ਮੀਤ ਮੇਰੇ ਮਿੱਤਰਾ, ਇੱਕ ਛਿਨ ਵਿੱਚ ਤਾਂ ਇਹ ਖਤਮ ਹੋ ਜਾਣਾ ਹੈ। ਫਿਰ ਉਹਦੇ ਚ ਕਹਿੰਦੇ ਮੇਰੀ ਮੇਰੀ ਕੈਰੋ ਕਰਤੇ। ਕਾਰਮ ਤੇ ਪਾਂਡਵਾਂ ਦਾ ਜ਼ਿਕਰ ਹੁੰਦਾ ਨਾ, ਉਹ ਵੀ ਕਹਿੰਦੇ ਸੀ, ਕਹਿੰਦਾ ਦੇ ਦੇ ਉਹਨਾਂ ਨੂੰ ਥੋੜਾ ਜਿਹਾ 4-5 ਪਿੰਡ ਦੇ ਦੇ, ਤੇਰੇ ਚਾਚੇ ਤਾਏ ਦੇ ਭਰਾ ਹੀ ਨੇ, ਪੋਤੀ ਨੇ, ਹੈ ਤਾਂ ਤੁਸੀਂ ਆਪਸ ਵਿੱਚ ਹੀ ਜੇ। ਤੇ ਕੀ ਕਿਹਾ ਸੀ ਉਹਨੇ? ਕਿਹਾ ਸੂਈ ਦੇ ਨੱਕੇ ਜਿੰਨੀ ਜਗ੍ਹਾ ਨਹੀਂ ਦੇਣੀ। ਤੇ ਭਗਤ ਨਾਮਦੇਵ ਜੀ ਕਹਿੰਦੇ ਮੰਨ ਲਓ ਤੂੰ ਸੂਈ ਦੇ ਨੱਕੇ ਜਿੰਨੀ ਜਗ੍ਹਾ ਨਹੀਂ ਦਿੱਤੀ ਤੇ ਲੈ ਕੇ ਕੀ ਗਿਆ ਬਈ? ਮੇਰੀ ਮੇਰੀ ਕੈਰੋ ਕਰਦੇ ਦਰਜੋਦਨ ਸੇ ਭਾਈ। ਤੇ ਕਿੱਡੇ ਵੱਡੇ ਸਨ, 12 ਜੋਜਨ ਛਤਰ ਚਲੇ ਥਾ, ਦੇਹੀ ਗਿਰਜਣ ਖਾਈ। ਗਿਲੰਜਾਂ ਨੇ ਦੇਹੀ ਖਾ ਲਈ, ਜਿਨ੍ਹਾਂ ਦੇ ਤੁਰਦਿਆਂ ਹੋਏ ਜਦੋਂ ਚੱਲਦੇ ਸਨ ਤੇ ਸਿਰਾਂ ਉੱਤੇ ਛਤਰ ਝੁਲਦੇ ਸੀ। ਜਦੋਂ ਚੱਲਦੇ ਸਨ ਤੇ ਸਿਰਾਂ ਉੱਤੇ ਛਤਰ ਲੈ ਕੇ ਲੋਕ ਚੱਲਦੇ ਸੀ, ਟੂਟੀਆਂ ਵਾਜੇ ਨਾਲ ਵੱਜਦੇ ਸਨ। ਇੱਕ ਬਾਬਾ ਫਰੀਦ ਸਾਹਿਬ ਦਾ ਸ਼ਲੋਕ ਚੇਤੇ ਆ ਗਿਆ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਪਾਸ ਦਮਾਮੇ ਛੱਤ ਸਿਰ ਭੇਰੀ ਛੱਡੋ ਰੱਡ,
ਬੰਦੇ ਦੇ ਮੰਨ ਲਓ ਵੀ ਆਉਣਾ ਹੋਵੇ, ਕਿਸੇ ਨੇ ਕਹਿੰਦੇ ਵੀ ਅਗਲੇ ਬੰਨੇ ਉਹਦੇ ਵਾਸਤੇ ਖੁਸ਼ੀ ਦੇ ਗੀਤ ਗਾਏ ਜਾਂਦੇ, ਢੋਲ ਵਜਾਏ ਜਾਂਦੇ, ਤੂਤੀਆਂ ਬਾਜੇ ਵੱਜਦੇ ਐ। ਬਾਬਾ ਫਰੀਦ ਸਾਹਿਬ ਕਹਿੰਦੇ ਜਿੰਨੇ ਮਰਜ਼ੀ ਵਜਾ ਲੈ, ਜਦੋਂ ਅੰਤ ਸਮਾਂ ਆਇਆ ਨਾ ਤੇ ਉੱਥੇ ਜਿੱਥੇ ਯਤੀਮ ਜਾ ਕੇ ਨੱਪੇ ਪਏ ਨੇ ਕਬਰ ਵਿੱਚ, ਉੱਥੇ ਤੈਨੂੰ ਜਾ ਕੇ ਸੁੱਟ ਦੇਣਾ, ਵਜਾਈ ਜਾ ਜਿੰਨੀਆਂ ਮਰਜ਼ੀ ਤੂਤੀਆਂ। ਪਾਸ ਦਮਾਮੈ ਛੱਤ ਸਿਰ ਭੇਰੀ ਛੱਡੋ ਰੱਡ, ਜਾਏ ਸੁੱਤੇ ਜੀਰਾਨ ਮੈਂ ਥੀਏ, ਅਤੀਮਾ ਗੱਡ ਜਤੀਮਾ ਵਾਂਗੂ ਤੈਨੂੰ ਵੀ ਉੱਥੇ ਲਿਜਾ ਕੇ ਫੂਕ ਦੇਣਾ ਹੈ। ਤੈਨੂੰ ਥੋੜਾ ਘਰ ਰੱਖ ਲੈਣਗੇ ਵੀ ਬਾਪੂ ਨੇ ਇੰਨੀ ਜਾਇਦਾਦ ਜ਼ਮੀਨ ਬਣਾਈ, ਇੰਨੀਆਂ ਮਹਿਲ ਮਾੜੀਆਂ ਬੜੀਆਂ ਸੁੰਦਰ ਬਣਾਈਆਂ, ਇੱਕ ਨੁੱਕਰ 'ਚ ਹੀ ਬਾਪੂ ਨੂੰ ਫੂਕ ਦਿਓ। ਉਹਨਾਂ ਨੇ ਕਹਿਣਾ ਕਹਿੰਦੇ ਸਾਂਝੀ ਜਗ੍ਹਾ ਤੇ ਖੜੋ, ਉੱਥੇ ਹੀ ਜਗ੍ਹਾ ਤੇ ਉੱਥੇ ਜਾ ਕੇ ਮਿਲਣੀ ਹੈ ਨਾ। ਜੋ ਸ਼ਬਦ ਅੱਜ ਦਾ ਚੱਲ ਰਿਹਾ ਹੈ, ਭਗਤ ਜੀ ਕਹਿ ਰਹੇ ਨੇ ਕਿ ਗਹਿਰੀ ਕਰਕੇ ਨੀਂਵ ਖਦਾਈ। ਗਹਿਰੀ ਦਾ ਮਤਲਬ ਉਹਦਾ ਬਹੁਤ ਨੀਆਂ ਡੂੰਘੀਆਂ ਪੁੱਟ ਕੇ ਬਣਾਇਆ ਹੈ ਮਕਾਨ। ਗਹਿਰੀ ਕਰਕੇ ਨੀਂਵ ਖਦਾਈ, ਉੱਪਰ ਮੰਡਪ ਛਾਏ, ਬੜੇ ਬੜੇ ਤੋਂ ਉੱਚੇ ਜਿਹੜੇ ਬਿਲਡਿੰਗਾਂ ਬਣਾ ਲਈਆਂ। ਮਾਰ ਕੰਡੇ ਤੇ ਕੋ ਅਧਿਕਾਈ ਜਿਨ ਤਿਰਣ ਧਰ ਮੂੰਡ ਬੁਲਾਏ, ਮਾਰ ਕੰਡੇ ਵਰਗਾ ਜੋਗੀ ਤੇ ਉਹਦੇ ਨਾਲੋਂ ਵਧੇਕ ਉਮਰ ਭੋਗਣ ਵਾਲਾ ਵੀ ਮੰਨ ਲਓ ਜੇ ਇੱਥੇ ਕੋਈ ਹੋਇਆ ਹੋਵੇ ਤੇ ਆਖਿਰਕਾਰ ਤੇ ਉਹ ਵੀ ਚਲਿਆ ਗਿਆ ਨਾ। ਹਮਰੋ ਕਰਤਾ ਰਾਮ ਸਨੇਹੀ, ਮੇਰਾ ਰੱਬ ਪਰਮਾਤਮਾ ਵਾਹਿਗੁਰੂ ਮੇਰਾ ਉਹਦੇ ਨਾਲ ਸਨੇਹ ਹੈ। ਕਾਹੇ ਰੇ ਨਰ ਗਰਭ ਕਰ ਤੋ ਬਿਨ ਸਜਾਏ ਝੂਠੀ, ਦੇਹੀ ਅੱਗੇ ਹੈ ਮੇਰੀ ਮੇਰੀ ਕਹਿਰੋ ਕਰਤੇ ਦਰ ਜੋ ਦਿਨ ਸੇ ਭਾਈ, 12 जो दिन छत्र चले था देही गिरजन खाई, सर्व सोइन की लंका होती रावण से अधकाई। सर्व सोइन की कहते सोने की लंका बनाई हुई सी ਉਹਨੇ। ਭਗਤ ਜੀ ਨਾਮਦੇਵ ਜੀ ਇੱਥੇ ਸਾਰਾ ਅਹੰਕਾਰ ਦਾ ਜ਼ਿਕਰ ਸ਼ਬਦ ਵਿੱਚ ਹੋ ਰਿਹਾ ਹੈ। ਕਹਿੰਦੇ ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ, ਕਹਾਂ ਭਇਓ ਦਰ ਬੰਦੇ ਹਾਥੀ। ਜਿਨ੍ਹਾਂ ਦੇ ਦਰਵਾਜ਼ਿਆਂ ਅੱਗੇ ਬੜੇ ਬੜੇ ਅਹਿਲਕਾਰ ਖੜੇ ਸੀ, ਹਾਥੀ ਸੀ, ਫੌਜਾਂ ਸੀ, ਇਹਨਾਂ ਕੁ ਜਿਨ੍ਹਾਂ ਦੇ ਸਾਹਮਣੇ ਖੜਾ ਸੀ, ਛਿਨ ਮੈਂ ਭਈ ਭਰਾਈ। ਛਿਨ 'ਚ ਤਾਂ ਸਾਰਾ ਕੁਝ ਨਾਸ਼ ਹੋ ਗਿਆ ਨਾ। ਅਗਲੀਆਂ ਤੁਕਾਰੇ ਦੁਰਭਾਸ਼ਾ ਸ਼ੁਭ ਕਰਤ ਠਗੌਰੀ, ਜਾਦਵੇ ਫਲ ਪਾਏ। ਇਹਦੇ ਥੋੜੇ ਜਿਹੇ ਅਰਥ ਕਰਨੇ ਪੈਣ। ਜੋ ਪ੍ਰੋਫੈਸਰ ਸਾਹਿਬ ਸਿੰਘ ਨੇ ਇਸ ਤੁਕ ਦੀ ਜਿਹੜੀ ਵਿਆਖਿਆ ਕੀਤੀ ਮੈਂ ਉਹ ਕਰਨ ਲੱਗਾ। ਭਾਵੇਂ ਇਹ ਦੂਜਿਆਂ ਗ੍ਰੰਥਾਂ ਵਿੱਚ ਇਹਦਾ ਜ਼ਿਕਰ ਆਉਂਦਾ, ਪਰ ਉਹਨਾਂ ਨੇ ਇਹਦਾ ਹਵਾਲਾ ਜੋ ਦਿੱਤਾ ਹੈ ਕਿ ਇਹ ਜਿਹੜੇ ਜਾਦਵਾਂ ਦੀ ਕੁੱਲ ਵਿੱਚੋਂ ਮੁੰਡੇ ਸਨ, ਇੱਕ ਤਾਂ ਮਦ ਨਸ਼ਾ ਪੀਤਾ ਹੋਇਆ ਸੀ, ਦੂਸਰਾ ਜਵਾਨੀ ਦਾ ਅਹੰਕਾਰ ਸੀ, ਤੇ ਇੱਕ ਕੁਟੀਆ 'ਚ ਬੈਠਾ ਉਹ ਕਹਿ ਲਓ ਕਿ ਨਦੀ ਦੇ ਕੰਢੇ ਬੈਠਾ ਦੁਰਭਾਸ਼ਾ ਲਿਖੀ, ਉਹਨੂੰ ਜਾ ਕੇ ਮਖੌਲ ਕਰਨ ਲੱਗ ਪਏ। ਇਹ ਵੀ ਅਹੰਕਾਰ ਦੇ ਵਿੱਚੋਂ ਵੇਖਿਓ ਜੋ ਨਿਕਲਣਾ ਕੀ ਹੈ। ਅਹੰਕਾਰੇ ਹੋਏ ਜਾ ਕੇ ਇੱਕ ਸੋਹਣੇ ਜਿਹੇ ਮੁੰਡੇ ਦੇ ਪੇਟ ਉੱਤੇ ਬਾਟੀ ਬੰਨ੍ਹ ਕੇ ਨਾ, ਬਾਟੀ ਸਮਝ ਕੇ ਕੌਲੀ ਕਹਿ ਲਓ, ਸਭ ਨੂੰ ਸਮਝ ਆ ਜਾਣੀ ਹੈ। ਇੱਕ ਵੱਡੀ ਸਾਰੀ ਕੌਲੀ ਜਿਹੜੀ ਸੀ ਉਹ ਉਹਦੇ ਪੇਟ ਉੱਤੇ ਮੂਧੀ ਮਾਰ ਕੇ ਤੇ ਉਹਨੂੰ ਔਰਤਾਂ ਵਾਲੇ ਕੱਪੜੇ ਪਵਾ ਕੇ ਤੇ ਉਹਦੇ ਕੋਲ ਲੈ ਕੇ ਦੁਰਭਾਸ਼ਾ ਰਿਸ਼ੀ ਦੇ ਕੋਲੇ। ਇਹ ਮੈਂ ਤੁਕ ਦੇ ਅਰਥ ਕਰ ਰਿਹਾ। ਦੁਰਭਾਸ਼ਾ ਸ਼ੁਭ ਕਰਤ ਠਗੌਰੀ, ਜਾਦਵ ਇਹ ਫਲ ਪਾਏ। ਅਹੰਕਾਰ ਵਿੱਚੋਂ ਨਿਕਲਿਆ ਕੀ? ਜਦੋਂ ਲੈ ਕੇ ਚਲੇ ਗਏ ਤੇ ਜਾ ਕੇ ਉਹਨੂੰ ਰਿਸ਼ੀ ਨੂੰ ਕਹਿੰਦੇ, ਕਿਉਂਕਿ ਹੰਕਾਰੀ ਸਨ, ਜਵਾਨੀ ਦਾ ਅਹੰਕਾਰ ਸੀ, ਫਿਰ ਮਾਇਆ ਦਾ ਅਹੰਕਾਰ ਸੀ, ਨਸ਼ੇ 'ਚ ਝੂਰ ਸੀ। ਜਾ ਕੇ ਕਹਿੰਦੇ ਉਹ ਰਿਸ਼ੀ, ਜਦੋਂ ਹੰਕਾਰੀ ਬੰਦਾ ਹੋਵੇ ਉਹਦੀ ਬੋਲੀ ਵੀ ਏਦਾਂ ਦੀ ਹੁੰਦੀ ਹੈ। ਨਾਮਦੇਵ ਜੀ ਖੁਦ ਕਹਿੰਦੇ ਜਦੋਂ ਮੈਨੂੰ ਰਾਜੇ ਨੇ ਪਕੜਿਆ, ਉਹਨੇ ਕਿਹਾ ਸੁਲਤਾਨ ਪੁੱਛੇ ਸੁਣ ਬੇ ਨਾਮਾ। ਬੇ ਦਾ ਮਤਲਬ ਉਹੀ ਹੁੰਦਾ ਹੈ, ਓਏ ਨਾਮਿਆ। ਹੁਣ ਉਹ ਅਹੰਕਾਰੀ ਹੈ ਨਾ ਰਾਜਾ, ਤੇ ਨਾਮਦੇਵ ਨੂੰ ਕਿਹੜਾ ਸਤਿਕਾਰ ਨਾਲ ਕਹਿਣਾ ਸੀ ਵੀ ਆਓ ਨਾਮਦੇਵ ਭਗਤ ਜੀ। ਉਹ ਅਹੰਕਾਰ 'ਚ ਬੋਲ ਰਿਹਾ ਹੈ। ਇਹ ਅਹੰਕਾਰ ਵਿੱਚ ਬੋਲ ਕੇ ਕਹਿੰਦੇ ਨੇ ਓ ਰਿਸ਼ੀ, ਬੜਾ ਤੈਨੂੰ ਸਮਝਿਆ ਜਾਂਦਾ, ਤੂੰ ਰੱਬ ਦੇ ਬੜਾ ਨੇੜੇ ਹੈ, ਬੜਾ ਪਰਮੇਸ਼ਰ ਦੇ ਨੇੜੇ ਆਪਣੇ ਆਪ ਨੂੰ ਸਮਝਦਾ। ਜੇ ਐਡਾ ਹੀ ਵੱਡਾ ਤੈਨੂੰ ਆਪਣੇ ਤੇ ਮਾਣ ਹੈ, ਦੱਸ ਇਹਦੀ ਕੁੱਖ ਵਿੱਚੋਂ ਕੌਣ ਪੈਦਾ ਹੋਏਗਾ? ਤੇ ਰਿਸ਼ੀ ਕਹਿੰਦਾ ਵੀ ਜਾਓ ਚਲੇ ਜਾਓ। ਉਹਨਾਂ ਮੁੰਡਿਆਂ ਨੂੰ ਕਹਿੰਦਾ ਜਾਓ ਚਲੇ ਜਾਓ, ਮੇਰੇ ਕੋਲੋਂ ਕਦੇ ਇੱਧਰੋਂ ਉੱਧਰੋਂ ਕੋਈ ਲਫ਼ਜ਼ ਨਾ ਕਢਵਾ ਲਿਓ। ਕਹਿੰਦਾ ਚਲੇ ਜਾਓ। ਉਹਨੇ ਰੋਕਿਆ ਇਹਨਾਂ ਨੂੰ। ਉਹ ਕਹਿੰਦੇ ਤਾਂ ਮਤਲਬ ਤੂੰ ਜਾਣਦਾ ਕੁਝ ਨਹੀਂ। ਉਹਨੇ ਕਿਹਾ ਮੇਰੇ ਮੂੰਹੋਂ ਨਾ ਕੁਝ ਕਢਾਓ, ਚਲੇ ਜਾਓ ਤੁਸੀਂ। ਇਸ ਵੇਲੇ ਜਵਾਨੀ ਦਾ ਤੁਹਾਨੂੰ ਨਸ਼ਾ ਹੈ, ਤੁਸੀਂ ਅਹੰਕਾਰ ਵਿੱਚ ਮਸਤੇ ਹੋਏ ਹੋ। ਤੇ ਹੰਕਾਰੀ ਬੰਦਾ ਕਈ ਵਾਰ ਕੁਲ ਦਾ ਨਾਸ਼ ਕਰਵਾ ਲੈਂਦਾ ਹੁੰਦਾ। ਜੇ ਮੇਰੇ ਕੋਲੋਂ ਤੁਸੀਂ ਕੋਈ ਉਹੋ ਜਿਹਾ ਲਫ਼ਜ਼ ਨਾ ਕਢਵਾ ਲਿਓ, ਨਹੀਂ ਟਲੇ। ਪ੍ਰੋਫੈਸਰ ਸਾਹਿਬ ਸਿੰਘ ਜੀ ਕਹਿੰਦੇ ਨੇ ਇਹ ਮੁੰਡੇ ਟਲੇ ਨਹੀਂ। ਕਹਿੰਦੇ ਜੇ ਤੂੰ ਆਪਣੇ ਆਪ ਇੰਨਾ ਹੀ ਸਮਝਦਾ ਮੈਂ ਪਹੁੰਚਿਆ ਹੋਇਆ ਤੇ ਦੱਸਣਾ ਪਏਗਾ ਇਹਦੀ ਕੁੱਖ ਵਿੱਚੋਂ ਕੌਣ ਪੈਦਾ ਹੋਏਗਾ। ਉਹਨੇ ਕਿਹਾ ਫਿਰ ਇਹਦੀ ਕੁੱਖ ਵਿੱਚੋਂ ਉਹ ਪੈਦਾ ਹੋਊ ਜਿਹੜਾ ਤੁਹਾਡੀ ਕੁਲ ਦਾ ਨਾਸ਼ ਕਰ ਦੇਗਾ। ਜਦੋਂ ਗੱਲ ਇਸ ਦਾ ਪਤਾ ਲੱਗਿਆ ਤੇ ਯਾਦ ਰੱਖਿਓ, ਜਦੋਂ ਕਈ ਵਾਰ ਟਿਕਾਣੇ ਤੇ ਗੱਲ ਵੱਜਦੀ ਸਾਰੇ ਨਸ਼ੇ ਉਤਰ ਜਾਂਦੇ, ਭਾਵੇਂ ਹੰਕਾਰ ਦੇ ਹੋਣ ਤੇ ਭਾਵੇਂ ਦੂਜੇ ਹੋਣ। ਜਦੋਂ ਕਿਤੇ ਚੋਟ ਵੱਜੇ ਨਾ ਬੰਦੇ ਨੂੰ, ਇੱਕ ਮਿੰਟ 'ਚ ਮੁੜ ਕੇ ਚੁੱਪ ਕਰਕੇ ਬਹਿ ਜਾਂਦਾ ਹੈ। ਐਸੀ ਚੋਟ ਵੱਜੀ, ਕ੍ਰਿਸ਼ਨ ਕੋਲੇ ਆ ਗਏ, ਸ਼੍ਰੀ ਕ੍ਰਿਸ਼ਨ ਜੀ ਚਲੋ ਕਹਿ ਲਓ, ਉਹਨਾਂ ਕੋਲੇ ਆ ਗਏ। ਕਹਿੰਦੇ ਜੀ ਆਹ ਹੋਇਆ। ਉਹਨੇ ਕਿਹਾ ਤੁਸੀਂ ਗਏ ਕਿਉਂ? ਪਹਿਲੀ ਗੱਲ ਤੁਸੀਂ ਕਿਉਂ ਗਏ ਉਹਦੇ ਕੋਲੇ? ਫਿਰ ਜੀ ਚਲੇ ਗਏ ਸੋ ਤੇ ਮਖੌਲ ਕਿਉਂ ਕੀਤਾ? ਉਹ ਕਹਿੰਦੇ ਜੀ ਕੀ ਕਰੀਏ ਹੁਣ, ਅਸੀਂ ਇਹ ਸਾਡੇ ਤੋਂ ਗਲਤੀ ਹੋ ਗਈ। ਉਹਨੇ ਕਿਹਾ ਫਿਰ ਇੱਕ ਕੰਮ ਕਰੋ, ਇਹ ਜਿਹੜੀ ਬਾਟੀ ਹੈ ਨਾ, ਇਹਨੂੰ ਰਗੜ ਰਗੜ ਕੇ ਪੱਥਰ ਉੱਤੇ ਦਾ ਨਾਮੋ ਨਿਸ਼ਾਨ ਮਿਟਾ ਦਿਓ। ਬਾਟੀ ਇਸ ਦਾ, ਉਸ ਕੌਲੀ ਦਾ ਨਾਮੋ ਨਿਸ਼ਾਨ ਮਿਟਾ ਦਿਓ। ਸਾਰੀ ਬਾਟੀ ਰਗੜ ਦਿੱਤੀ ਗਈ। ਜਦੋਂ ਥੋੜੀ ਜਿਹੀ ਬਚੀ ਉਹ ਪਾਣੀ 'ਚ ਸੁੱਟ ਦਿੱਤੀ ਗਈ।
एक मच्छी आई, उसने उस मच्छी के अंदर चली गई, वो जरा निक्की जी वो जरा लोहे का टुकड़ा सी मच्छी के अंदर चलिया गया। एक शिकारी आया, उन्हें जाल पाया, मच्छी फड़ी गई, उन्हें मच्छी को कट्टिया, वो लोहे का वो टुकड़ा निकलिया, उन्हें अपने तीर उत्ते लाया, वो तीर मुड़ के कृष्ण के पैरों जो उन्होंने हिरन का अख समझ के मारिया, वो मौत हुई सी। ये कहानी मैं बाणी चो कही है, मैं कोलों कुछ नहीं बनाया। दुर्भाषा सो करत ठगौरी जादव ए फल पाए, कृपा करी जने अपने ऊपर नाम दियो हर गुण गाए। भगत नामदेव जी कहते हो की खट लिया तुसी, जादवां दी कुल दा नाश करवा लिया एक अहंकारी बंदियां ने। खैर मैं जी बेनती कर रहा, जो शब्द अज का प्रकरण चल रहा, महाराज कहते मान ते अहंकार बंदिया तू काहदा करदा है। जदों असीं गुरु अर्जुन देव जी की बाणी सवैये पढ़ते हैं ना, ਉਹਦੇ ਚ ਮਹਾਰਾਜ ਦਾ ਬਚਨ ਹੁੰਦਾ, ਦੇਹ ਨਾ ਗੇਹ ਨਾ ਨੇਹ ਨਾ ਨੀਤਾ ਮਾਇਆ ਮਤ ਕਹਾਂ ਲੋ ਗਾਰੋ। ਗਾਰੋ ਦਾ ਅਰਥ ਵੀ ਅਹੰਕਾਰ ਹੀ ਹੈ। ਦੇਹ ਨਾ ਗੇਹ ਨਾ ਨੇਹ ਨਾ ਨੀਤਾ ਮਾਇਆ ਮਤ ਕਹਾਂ ਲੋ ਗਾਰੋ। ਛਤਰ ਨਾ ਪਤਰ ਨਾ ਚੌਰ ਨਾ ਚਾਵਰ ਬਹਿਤੀ ਜਾਤ ਹਿਰਦੇ ਨਾ ਵਿਚਾਰੋ। ਰੱਥ ਨਾ ਅਸਲ ਨਾ ਗੱਜ ਸਿੰਘਾਸਨ ਛਿਨਮੈ ਤਿਆਗਤ ਨਾਂਗ ਸੁਧਾਰੋ। ਸੂਰ ਨਾ ਵੀਰ ਨਾ ਮੀਰ ਨਾ ਖਾਨਮ ਸੰਗ ਨਾ ਕੋ ਦ੍ਰਿਸ਼ਟ ਨਿਹਾਰੋ। ਇਹਦੇ ਅਰਥ ਬੜੇ ਸਰਲ ਜਿਹੇ ਨੇ। ਮਹਾਰਾਜ ਕਹਿੰਦੇ ਦੇਹ ਹੋਵੇ, चाहे महाराज सच्चे पातशाह महाराज कहते पदार्थ होण, सूरमे बलवान होण, जो भी होवे धन दौलत सब कुछ का महाराज कहते अहंकार मान बंदिया तू छड्ड दे, त्याग दे। जे इनू त्याग देगा तो वाहिगुरू परमात्मा की बख्शिश तेनू अहंकार त्यागण विचों मिलती है। क्योंकि बाणी का वचन है, हर जू हंकार ना भावे वेद कूक सुनावे। सतगुरु गुरु अर्जुन देव महाराज जी अमृतसर साहब की धरती ते मैं बेनती कर रहा अहंकार ते। गुरु अर्जन देव सच्चे पातशाह महाराज जी का उन्हों का सका भरा बाबा पिरथी चंद ये सुली खान को चढ़ा के लिया तो कहता मेरे भरा खत्म करके ते गद्दी मैनू दवा दे। हुण सुली खान उतों चढ़िया बड़े हंकार विच, बड़े मान विच, आंदा मैं अज ही तेरे भरा खत्म करके मैं तेनों गद्दी ते बिठा देंगा। तो गुरु अर्जन देव महाराज को पता लग्या महाराज सुली खान चढ़ के आ रहा है। महाराज बड़े हंकार दे बोल बोल रहा है। गुरु अर्जन देव सच्चे पातशाह महाराज जी कहते कोई गल नहीं, जी आ रहा तो फिर की है। जदों सुली खां चढ़ के आया तो इन्हें बाबा पिरथी चंद जी ने अपने आवे दिखाए ने। उन्होंने आवियां दे विच इहदा जिहड़ा घोड़ा सी समेत घोड़े ये उहदे विच डिग के दी मौत हो गई। गुरु अर्जन देव जी को पता लग्या तो महाराज ने कहा अहंकारी बंदा अपनी मौते आपे मर गया। उत्थे फिर महाराज का वचना सुली ते नारायण राख, सुली का हाथ कहीं ना पहुंचे सुली होए मुआ नापाक। महाराज कहते नापाक मर गया वो बंदा जिहड़ा अहंकार का चढ़िया होया महाराज नूं शहीद करने वास्ते आ रहा सी। हुण जदों असीं अहंकार की गल कर रहे हैं तो गुरु अर्जुन देव सच्चे पातशाह महाराज जी दे कोल जदों रिश्ता लैके आए सी ना पंडित, तो उन्होंने आके कहा सी महाराज तुहाडे पुत्र दे वास्ते असीं लड़की देखी है। महाराज कहते ठीक है। तो जदों इस लड़की दे बारे दसिया गया गुरु हरगोबिंद महाराज जी दे रिश्ते बारे, मैं अहंकार की गल कर रहा। तो जदों जाके ये गल चंदू नूं दसी भी तेरी लड़की वास्ते लड़का वेख के आए हैं, उन्हें क्या कौन वेख आए हो? कहते गुरु अर्जुन देव महाराज जी दे होनहार साहिबजादे गुरु तो चलो वो बाद च बनते हैं, पर मैं सत्कार वाले शब्द वरत रहा कि गुरु हरगोबिंद सच्चे पातशाह महाराज जी हंकारी बंदे ने की शब्द वरते सी भला? उन्हें कहा सी चबारे दी इट मोरी नूं ला आयो। ये हंकार दे बोल सी। चबारे दी इट का मतलब सी भी मैं बहुत उच्चा है तो गुरु घर बहुत नीवा है। जदों इस गल का पता गुरु अर्जुन देव जी को लग्या तो दिल्ली की संगत ने एक चिट्ठी भेजी सी। वो चिट्ठी ते लिखिया सी महाराज इस चंदू हंकारी दी लड़की का रिश्ता नहीं लेना। ये शब्द सी उत्थे हंकार शब्द है। महाराज इस चंदू हंकारी दी लड़की का रिश्ता नहीं लेना क्योंकि ने गुरु घर के प्रति आ बोल बोले ने। फिर गुरु अर्जुन देव महाराज ने कहा सी ना साडे वल्लों नहीं हुई ना उस अहंकारी बंदे वल्लों हुई। मैं तां बेनती कर रहा कि साध संगत गुरु ग्रंथ साहब महाराज की बाणी कह रही है बंदिया ये देह दा मान अहंकार कादा करदा शब्द चल रहा है कि झूठे मान कहाँ करे जग सुपने ज्यों जान। जगत सुपने दी न्याई बिनस जान वाला सब कुछ है, फिर मान अहंकार कादा। दूसरा शब्द महाराज कह रहे हैं कि गर्भ करता है देह को बिनस शन में मीत। मेरे मित्रा जो देही बिनसी जानी एक शन विच फिर मान ते अहंकार कद। एक छोटी जी कहानी कह के फिर असी आने बाबा अदली जी के जीवन वाले बने। वो कहानी बड़ी सिक्ख्यादायक है
कि एक राजे ने अपना एक पुत्र मतबन्ना पुत्र बना लिया। राजे का अपना पुत्र नहीं सी, उन्हें एक घाई के पुत्र नूं अपना पुੱਤ बना लिया। मैं अहंकार के विषय ते बोल रहा, उन्हें उसनूं अपना पुत्र बना लिया तो थोड़े कि दिनों विच वो बच्चा राजे दे इन्ना कह लो निगाह च चढ़ गया, इन्ना कुछ उहदे नाल प्यार बन गया कि राजा अपना राज भाग देण नूं तैयार हो गया उन्होंने। ते राजे ने अपने आदमियों नूं क्या कहन लगा भी इस बंदे का ध्यान रखो, कल नूं इसनूं मैं राज भाग देना, इहदी सारी जिहड़ी हरकत है ना वो नोट करी चलियो जी। गुप्त बंदे ला दिते राजे जेल में हुंदे है, वो गुप्त बंदे नोट करते रहे, ये खांदा की है, पींदा की है, जांदा कित्थे है, की करदा, सारी रिपोर्ट इकट्ठी करते ने। जो सारी रिपोर्ट इकट्ठी करके राजे तक पहुँचाई, उन्होंने कहा जी बाकी तो सब कुछ ठीक है, पर एक गल साडी समझ तो बाहर है। कहते जी किहड़ी? राजे ने पूछा किहड़ी? कहते वो ये है कि ये जिहड़ा तुसीं जिहदे बारे कह रहे हो, ये कमरे में जाता है, कुछ समा अपने कमरे में रहिंदा है, फिर बाहर आ जाता है। जो बाहर आता तो उस दरवाजे को बंद करके उन्होंने लॉक ला लेंदा है, जिंदरा ला लेंदा, चाबी अपने कोल रखता है, चाबी का वसाह नहीं करता है एक मिनट भी। असीं देखिया भी सौण वेले जां इधर उधर जाण वेले चाबी सानूं मिल जाए तो पता लगेगा भी कमरे च की है, पर एक सेकंड भी चाबी का वसाह नहीं करता, हर वेले अपने कोल ही रखता है। बस इस गल का सानूं थोड़ा जिहा खतरा है, बाकी सारा कुछ ठीक है। राजे ने कहा भी फिर पता करना चाहिए भी कमरे च है कि। राजे ने उसनूं सद लिया तो पूछा भी ये कमरा खोल के विखाउण बारे राजे ने कहा भी कमरा खोलना है। उन्हें कहा आओ मेरे नाल, मैं आप तुहानूं लैके चलदा। वो राजे नूं आप नाल लै गया, एहलकार भी नाल ने। उस कमरे नूं जदों खोलिया जाके तो कमरा सारा खाली है। वो पूछता है भी कमरे च तो है कोई नहीं, जे है कोई नहीं सी तो फिर इसदा मतलब जे तू रब का नाम ही लेंदा होवे तो फिर उन्होंने जिंदरा मारन की लोड़ है, फिर कमरे नूं बंद क्यों कर दिंदा है? उन्हें कहा नहीं कमरे च है बहुत कुछ, तुहानूं नज़र नहीं आ रहा। उन्हें कहा की है कमरे में? जो देखा तो एक नुक्कड़ दे विच एक दातरी, एक रंबा, एक तंगड़ी, तरंगड़ी जिन्हों कहने जी रस्सियां दे अपन पता बनाई होंदी पट्ठे लियाउण वास्ते, वो तीन चीज़ां उन्हें रखियां सी। उन्हें कहा आह चीज़ मैं रोज़ कमरे में आउंदा वेखण वास्ते 10 मिनट कोल दे बैठदा। राजे ने पूछा भी इसदा कारण है? उन्हें कहा कारण इसदा यह है कि मैं एक घाई का पुੱਤ हाँ, ते घाई के पुੱਤ राजे कोले आउण करके चलो अपना नेड़ बन गया, तुसीं मैनूं इन्ना मेरे ते मान कीता है। ये ते मानदार तो हंकार नहीं, ये ते मानदार तो हो गया प्यार इज्जत वडियाई, तुसीं मैनूं नूं मान सन्मान दिता है, ते मैं इस करके इसनूं अपने कोल रखिया। जे कल नूं तुहाडा मन बन जाए कि अपनी जगह ते मैनूं राजा बनाउण दा, हो सकदा तुहाडा फैसला ही हो जाए, तो मैं राजा बन के घट्टो घट्ट ये तीन चीज़ों को अपने ध्यान च रखांगा कि मैं दातरी, रंबा तो जी तंगड़ी है घाह खोतन वाली, इनू कोल रखांगा इस करके ताकि राजा बन के भी मैं किसी के अत्याचार नहीं करांगा, किसी के जुल्म नहीं करांगा, किसी का गरीब मार नहीं करांगा। ये तीन चीज़ां इस करके रखियां मैनू हंकार ना आ जाए। बड़ी प्यारी कहानी मैनू लगी है भी जे बंदा अपने पिछोकड़ नूं चेते रखे तो अहंकारी नहीं कदी बनेगा। हंकार आउंदा कदों है जो बंदा ये भुल जाता भी कल किहड़े दिन सी ते अज किहड़े, उदों बंदा हंकारी हो जाता है। बाणी कह रही है महाराज कहते जब कछ पावै, बाणी का वचन है जब कछ पावै तब की करता है गर्व करता है। बाणी का बोल है महाराज कि जो कुछ आउंदा ना बंदे कोले हंकारी बन जाता, माया गई तब रोमन लगता है। फिर हंकारी बंदे जो हथों निकलता दसे ना सारा कुछ, फिर ताहां मार के बड़ा कुछ रोंदा है, क्योंकि उन्हें जो कुछ इकट्ठा किया होंदा उन्होंने अपना स्नेह बना के इकट्ठा करता है, मार के तो जाता फिर रोंदा है। जब कछ पावै तब गर्व करता है, माया गई तब रोमन लगता है। खैर मैं ये श्लोकां दी विचार सी, थोड़ा समा तुसीं इसे तरह बैठे रहो प्यार दे नाल कि आपां जिस संबंध विच अज दा समागम है उस संबंधी आपां विचारां कर लगे हैं। पहला श्लोकां दी व्याख्या की है कि झूठे मान कहाँ करें जग सुपने ज्यों जान, इन मैं कछ तेरो नहीं नानक कहो बखान। गर्व करता है देह को बिन सैशन में मीत, जेह प्राणी हर जस कहो। हुण इस तो कुत्ते मैं बोलना, जेह प्राणी हर जस कहो नानक तेह जग जीत। हुण कौन ने जिन्हां दे नेड़े भी अहंकार नहीं फड़कदा? सतगुरु गुरु रामदास सच्चे पातशाह महाराज जी, उन्हां दे बड़े ही प्यारे सिख सन भाई अदली जी। ये चोला साहब विखे साध संगत जी रहिंदे सन। इन्हां दा नेम बनिया सी सवेर शाम जिथे आईयां हुई संगतां नूं धन गुरु रामदास महाराज जी को लई हुई सिੱਖੀ नूं अगे प्रचारना, इन्हां दा नेम बनिया सी। उत्थे आए गए दी सेवा करनी,
संगत सत संगत, क्योंकि गुरु नानक सच्चे पातशाह महाराज ने ऐसा शुरू कर दिता सी, जिथे जिथे गुरु साहब जाते सी धर्मशाला बना देंगे सी, उत्थे फिर धर्म का प्रचार अगे चलता सी। गुरु काल तो चलता है, गुरु नानक साहब जी तो। गुरु रामदास महाराज समा आया, महाराज ने मसंद प्रथा थापी गुरु रामदास महाराज जी ने। भावें कि मसंद प्रथा विच भाई अदली जी को सेवा नहीं है, पर एक महाराज ने सिੱਖੀ नाते प्रचार की सेवा इन्होंने दी हुई है कि तुसीं अपने इलाके में जाके सिੱਖੀ का प्रचार करना है। बहुत ज़्यादा विस्तार सानूं इन्हां दे बारे नहीं मिलता भी उन्हां दा नगर, माँ बाप, अगों औलाद, ये चीज़ां इतिहास विचों गुप्त ने। खैर जे किते इहदी खोज करदे कल नूं कोई सामने आ जाए तो वखरी गल है, पर अजे भाई कान सिंह नाभा के मुताबिक सिर्फ इन्ना जिक्र है कि गुरु रामदास महाराज जी के बड़े प्यारे सिख सन, भजनीक सन, भजन बंदगी वाले सन, ते चोला साहब के ये नेड़े रह के इत्थे सेवा सिमरन में जुटे हुए सन। इन्हां दा ये नेम बनया। संगत आउंदी सी उन्हां दे कोले, ਜਿਹੜੀ कोई संगत आके उन्होंने अपना दुख सुख साझा करते सन, तो भाई अदली बाबा अदली जी गुरु रामदास के चरणों च भेज देंगे भी भाई मैं कुछ नहीं हाँ, जो कुछ लैना गुरु रामदास के दर तो मिलेगा, उस घर तो मिलेगा, तुसीं भी उत्थों जाओ जितों मैं दात प्राप्त की है। फिर संगतां नूं गुरु रामदास के दरबार नाल घर नाले जोड़ते रहे। घटना की वापरती है, क्योंकि जो इतिहास में इन्हां दा जिहड़ा जिक्र आया है, जो ये चानण मनारे वांगू चमकते ने, उसका कारण की बनया, वो बड़ी वड्डी एक घटना जिहड़ी है वो ये है कि बाबा विधि चंद का जीवन बदलता है इस बाबा अदली जी की राही, जिथों इन्हां दा नाम इतिहास दे विच चमकदा है। बाबा विधि चंद का पिंड शीना है, ते नानके इन्हां दे सरियाली पिंड ने। सरियाली तरनतारन दे नेड़े सरियाली पिंड, ते सरियाली ते चोला जिहड़ा है, जिहड़े उस इलाके के वीर उनके पता होएगा, चोला ते सरियाली बिल्कुल नज़दीक ही नेड़े नेड़े ही ने। ददेर साहब ये भी नगर नेड़े है, बाबा विसाखा सिंह जी का जिहड़ा पिंड है। साध संगत जी ये अपने नानके पिंड चलिया गया, भर जोबन जवानी विच है, ते काम की करता है? काम यह है कि क्योंकि नानकिया का काम भी यही सी, मामिया का उही कुछ सीख लिया। वो असी भी घोड़ियां, मझां, गावां इत आदत नूं चोरी करना ते बेचना, सीधा कह लो भी चोरी का काम सी, चोरी करते सन। कई बार गुरमुखों पता नहीं लगता जीवन च किहड़े वेले कोई ठोकर वजनी जां कोई शब्द की चोट वजनी है, बंदे का एक क्षण में बदल लग्या नहीं पता लगता होंदा। बाणी का वचन है कि पूर्व कर्म अंकुर जब प्रगटे, भेटियो पुरख रसक बैरागी, मिटियो अंधेर मिलत हर नानक, जन्म जन्म की सोई जागी। जन्मा जन्मांतरा का सुता मन के सेकंड में भी जाग सकता है। साध संगत जी ये काम तो लगातार चल रहा सी, पर आज जीवन दे विच बदलाव आना सी। इन्हां ने मझां चोरी कीतियां, वो मझां चोरी करके ते साध संगत जदों बाबा विधि चंद जी, मैं सत्कार वजों शब्द वरत रहा, बाबा विधि चंद जी उसले नाम विधिया उन्हां दा, पर आपां चलो उन्हां दा जीवन की गल करदिआं होइआं सत्कार वजों शब्द नाम लै रहे हैं कि बाबा विधि चंद जदों एक घोड़े लैके, क्षमा करियो, मझां लैके निकलते हैं, पिंड वालिआं नूं पता लग जाता है, पिंड के लोग मगर लग जाते हैं, तो खुरा नपदे नपदे, खुरा समझते तुसीं जिहड़े बजुर्ग बैठे उन्होंने तो पता, अजकल के बच्चों को चलो इन्हां कि मैं बड़ी बड़ी उम्र का हो गया, पर मैनूं पता कि मैं चीज़ां देखियां होईआं ने। की हुंदा सी कि जिहड़ा बंदा चोर हुंदा सी, जदों उन्हें पिंड विचों कोई चोरी कीती हुंदी सी, ते एक जिहड़ा पैर दे उत्ते बाटा मुद्दा मार दिंदे हुंदे सन, बट्ठल जा बाटा मुद्दा मार देना, फिर अगले ते मार देना, उन्होंने कहते सी खुरा नपना। यही शब्द वरते सी भी खुरा नपदे 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 उस तक पहुँच जाते सी जिथे वो चोर दे पैर जाते उस तक पहुँच जाते सन। इउं कह लो भी मझां जिहड़ियां चोरी कीतियां सी ते खुरा नपदियां नपदियां जिहड़े लोग सन ये पहुँच जाते कुटिया के नेड़े, क्योंकि खुरा असला उधर नूं मारिया सी ना, कुटिया के नेड़े पहुँच जाते। जदों कुटिया के नेड़े पहुँचते तो मत्था ठणकिया एकदम भी इस कुटिया में तो सतपुरुष महापुरुष रहिंदे हन, गुरु रामदास महाराज जी के प्यारे सिख रहिंदे हन, ये खुरा इधर नूं किवें आ रहा है? इन्ने चिर दे विच घटना की वापरदी है कि बाबा विधि चंद जी कोठड़ी के अंदर चले जाते हैं, जिन्होंने पता लग गया भी अज पिंड के लोग आ रहे हैं, जिन्नी वड्डी गिनती च आ रहे हैं, बचा कोई नहीं होना। ये दौड़े जाते, इउं कह लो भी उस कुटिया के अंदर, उस जिथे बाबा अदली जी बैठे सी उत्थे झुग्गी चले गए, उस कुटिया चले गए। उन्होंने अपने नेत्र खोले, नेत्र खोल के सामने वेख्या कि नौजवान ढील डौल, शरीर बड़ा तगड़ा सी। जो सामने वेख्या एक एडा होनहार ते नौजवान भारे शरीर का जुस्से वाला ढील डौल वाला सामने बैठा है, तो पूछ लिया भाई तू कौन?
ਹੁਣ ਆਹ ਹੈ ਸਾਧ ਸੰਗਤ ਜਦੋਂ ਜੀਵਨ ਬਦਲਣਾ ਹੋਵੇ। ਉਹਨੇ ਕਿਹਾ ਜੀ ਮੈਂ ਚੋਰ, ਉਹ ਮੰਨਦਾ ਕਿਤੇ ਨਹੀਂ ਮੰਨਦੇ ਆਪਾਂ ਪਹਿਲਾਂ ਕੈਮਰਾ ਵੇਖਨੇ ਉਹ ਤਾਂ ਨਹੀਂ ਲੱਗਾ ਕਿਤੇ ਵੀ ਕੈਮਰੇ ਦਾ ਡਰ ਜ਼ਰੂਰ ਹੈਗਾ ਤੇ ਗੁਰੂ ਦਾ ਡਰ ਕੋਈ ਨਹੀਂ। ਮਸਕੀਨ ਸਾਹਿਬ ਕਹਿੰਦੇ ਹੁੰਦੇ ਆ, ਕਹਿੰਦੇ ਮੈਨੂੰ ਕੋਈ ਪੁੱਛਦਾ ਵੀ ਗੋਲਕ ਨੂੰ ਜਿੰਦਰਾ ਕੋ ਮਾਰਿਆ, ਕਹਿੰਦਾ ਹੁਣ ਮੈਂ ਦੱਸਾਂ ਕੀ ਲੋਕਾਂ ਨੂੰ, ਕਹਿੰਦਾ ਇਹ ਗੱਲ ਮੈਂ ਸਾਹਮਣੇ ਸਟੇਜ ਤੇ ਨਹੀਂ ਕਹਿ ਸਕਦਾ, ਕੋਈ ਮੈਨੂੰ ਗੁਪਤ ਕਮਰੇ 'ਚ ਪੁੱਛ ਲੈ ਤੇ ਦੱਸ ਦੂੰਗਾ ਵੀ ਕਿਉਂ ਮਾਰਦੇ। ਇਹ ਮਸਕੀਨ ਸਾਹਿਬ ਦੇ ਸ਼ਬਦ ਨੇ, ਤੁਸੀਂ ਕਦਾ ਸੁਣਦੇ ਹੋਗੇ, ਕਿਤੇ ਨਾ ਕਿਤੇ ਆਈ ਹੋਗੀ ਇਹ ਲੈਣ ਉਹਨਾਂ ਦੀ, ਵੀ ਮੈਂ ਕੀ ਸੰਗਤ ਨੂੰ ਦੱਸਾਂ ਜਦੋਂ ਕੋਈ ਇਹ ਸਵਾਲ ਕਰਦਾ ਵੀ ਕਿਉਂ ਜਿੰਦਰਾ ਮਾਰਿਆ। ਤੇ ਕਹਿੰਦਾ ਜਿਵੇਂ ਇਹ ਕਹਦੇ ਵੀ ਚੋਰ ਕਰਕੇ, ਫਿਰ ਕਹਿੰਦਾ ਤੁਸੀਂ ਜਾਗਤ ਜੋਤ ਕਹਿੰਦੇ ਹੋ, ਨਾਲੇ ਵੀ ਜਾਗਤ ਜੋਤ ਕਹਿੰਦੇ ਹੋ ਨਾ, ਉਹ ਇਸ ਕਰਕੇ ਉਹ ਕਹਿੰਦਾ ਵੀ ਮਸਕੀਨ ਸਾਹਿਬ ਕਹਿੰਦੇ ਕੁਝ ਸਵਾਲ ਹੁੰਦੇ ਜਿਹਨਾਂ ਦਾ ਜਵਾਬ ਨਹੀਂ ਬੰਦਾ ਦੇ ਸਕਦਾ, ਤੇ ਉਹ ਫਿਰ ਬੰਦਾ ਕੈਮਰਿਆਂ ਵੱਲੇ ਵੇਖਦਾ ਵੀ ਕੈਮਰਾ ਹੈ ਕਿ ਨਹੀਂ ਹੈ। ਉਹਨੇ ਇਹ ਨਹੀਂ ਵੇਖਿਆ ਚਾਰ ਚਫੇਰੇ ਵੀ ਬਾਬੇ ਦੀ ਕੁਟੀਆ 'ਚ ਕੋਈ ਕੈਮਰਾ ਤਾਂ ਨਹੀਂ ਲੱਗਾ, ਮੈਂ ਕਹਿਣ ਲੱਗਾ ਜੋ ਮੁੜ ਗੱਲ ਨੂੰ ਰਿਕਾਰਡ ਕਰਕੇ ਨਾ ਕਿਤੇ ਦੱਸ ਦਿੰਦਾ ਹੋਵੇ। ਉਹਨੇ ਸਿੱਧਾ ਕਿਹਾ ਜੀ ਮੈਂ ਚੋਰ। ਬਾਬਾ ਅਦਰੀ ਜੀ ਨੇ ਕਿਹਾ ਚੋਰ? ਹਾਂ ਮੈਂ ਚੋਰ ਹਾਂ। ਕੀ ਕੀਤਾ? ਉਹਨੇ ਕਿਹਾ ਜੀ ਮੱਝਾਂ ਚੋਰੀ ਕੀਤੀਆਂ ਨੇ, ਪਹਿਲਾਂ ਵੀ ਕਰਦਾ ਸੀ, ਅੱਜ ਵੀ ਕੀਤੀਆਂ ਨੇ। ਉਹਨੇ ਕਿਹਾ ਹੁਣ ਇੱਥੇ ਕਿਉਂ ਆਇਆ ਹੈ? ਉਹਨੇ ਕਿਹਾ ਇੱਥੇ ਇਸ ਕਰਕੇ ਆ ਵੀ ਅੱਜ ਤੋਂ ਬਾਅਦ ਚੋਰੀ ਛੱਡੀ। ਸਵਾਦ ਆ ਗਿਆ ਨਾ। ਆਉਂਦੇ ਆਪਾਂ ਵੀ ਆ ਗੁਰੂ ਘਰ, ਮੱਥਾ ਆਪਾਂ ਵੀ ਟੇਕਦੇ ਆ, ਬਾਣੀ ਆਪਾਂ ਪੜ੍ਹਦੇ ਆ, ਕਥਾ ਕੀਰਤਨ ਆਪਾਂ ਵੀ ਸੁਣਦੇ ਨਾ ਹਰ ਐਤਵਾਰ। ਕਿਸੇ ਐਤਵਾਰ ਹੀ ਕਹਿ ਜਾ ਕਰੀ ਵੀ ਅੱਜ ਚੱਲੇ ਆ ਗੁਰਦੁਆਰੇ ਤੋਂ ਜਾਣ ਲੱਗੇ ਆ, ਅੱਜ ਮੈਂ ਆਹ ਚੀਜ਼ ਛੱਡ ਕੇ ਚੱਲਿਆ ਮਹਾਰਾਜ। ਉਹ ਆਹ ਚੀਜ਼ ਜਦੋਂ ਮੈਂ ਗਿਆ ਨਾ ਤੇ ਤੁਸੀਂ ਹੈਰਾਨ ਹੋ ਗਏ, ਕਿਉਂਕਿ ਸਾਡੇ ਉਸਤਾਦ ਜੀ ਕਥਾ ਕਰਦੇ ਆ ਗੱਲ ਕਹਿੰਦੇ ਹੁੰਦੇ ਸੀ, ਮੈਨੂੰ ਚੇਤੇ ਆ ਗਈ। ਉਹ ਕਹਿੰਦੇ ਹੁੰਦੇ ਸੀ ਵੀ ਕਹਿੰਦੇ ਮੈਂ ਇੱਕ ਵਾਰ ਕਥਾ 'ਚ ਕਹਿ ਬੈਠਾ ਵੀ ਸਾਧ ਸੰਗਤ ਪ੍ਰਣ ਕਰਕੇ ਜਾਓ ਵੀ ਅੱਜ ਨਾ ਇੱਕ ਚੀਜ਼ ਤੁਸੀਂ ਜ਼ਰੂਰ ਛੱਡ ਕੇ ਜਾਓਗੇ। ਉਹ ਕਹਿੰਦਾ ਮੈਂ ਪੁੱਛ ਲਿਆ ਕਿ ਜਿਹਨਾਂ ਨੂੰ ਇੱਕ ਨੂੰ ਪੁੱਛਿਆ ਵੀ ਤੂੰ ਭਾਊ ਦੱਸ ਕੀ ਛੱਡ ਕੇ ਜਾਏਗਾ। ਉਹ ਕਹਿੰਦਾ ਬਾਬਾ ਜਿੱਦਾਂ ਤੇਰੀਆਂ ਗੱਲਾਂ ਮੈਂ ਤਾਂ ਗੁਰਦੁਆਰੇ ਆਉਣਾ ਛੱਡ ਦੂੰ। ਉਹ ਕਹਿੰਦੇ ਵੀ ਗੁਰਦੁਆਰੇ ਆਉਣਾ ਨਾ ਛੱਡ ਤੂੰ, ਇਹ ਕਹਿ ਮੈਂ ਔਗਣ ਨਾ ਛੱਡਿਆ। ਉਹ ਕਈ ਵਾਰ ਸੰਗਤ 'ਚ ਕਹਿ ਦਿੰਦੇ ਹੁੰਦੇ ਸੀ, ਮੈਂ ਉਹਨਾਂ ਦਾ ਜ਼ਿਕਰ ਕਰਦਾ ਤਾਂ ਕਿ ਤੇ ਉਹ ਇਦਾਂ ਸੁਣਾਉਂਦੇ ਸੀ ਗੱਲ। ਮੈਂ ਤਾਂ ਕਿਹਾ ਵੀ ਜਦੋਂ ਮੈਂ ਕਹਿੰਦਾ ਕੁਝ ਨਾ ਕੁਝ ਛੱਡ ਕੇ ਜਾਇਓ ਜੇ, ਤੇ ਕੁਝ ਨਾ ਕੁਝ ਦੇ ਵਿੱਚ ਇਹ ਨਾ ਕਹਿ ਦਿਓ ਜੇ ਵੀ ਜਦੋਂ ਬਾਬੇ ਦਾ ਕਥਾ ਟਾਈਮ ਹੋਇਆ ਆਪਾਂ ਲੰਗਰ ਜਾਇਆ ਕਰਾਂਗੇ ਉਦੋਂ। ਇਹਨੇ ਸਾਨੂੰ ਕਹਿਣਾ ਝੂਠ ਨਾ ਬੋਲੋ, ਚੋਰੀ ਨਾ ਕਰੋ, ਨਸ਼ੇ ਨਾ ਕਰੋ, ਇਹ ਤੇ ਇਹੀ ਤੇ ਆਪਾਂ ਨੂੰ ਇਹੀ ਗੱਲਾਂ ਸੁਣਾਉਣੀਆਂ ਨੇ। ਮੈਂ ਇਹ ਕਹਿਣ ਲੱਗਾ ਛੱਡ ਕੇ ਕੀ ਜਾਣਾ, ਜਦੋਂ ਇੱਥੋਂ ਤੁਰ ਲੱਗੇ ਕਿਉਂ ਮਹਾਰਾਜ ਕਿਰਪਾ ਕਰਿਓ ਅੱਜ ਤੋਂ ਬਾਅਦ ਇਹ ਜ਼ੁਬਾਨ ਨਿੰਦਿਆ ਨਾ ਕਰੇ, ਅੱਜ ਤੋਂ ਬਾਅਦ ਕੰਨ ਮੇਰੇ ਚੁਗਲੀ ਨਾ ਸੁਣਨ, ਅੱਜ ਤੋਂ ਬਾਅਦ ਮੇਰੇ ਪੈਰ ਗਲਤ ਰਸਤੇ ਤੇ ਨਾ ਜਾਣ, ਇਹਨਾਂ ਵਿੱਚੋਂ ਕੁਝ ਨਾ ਕੁਝ ਛੱਡ ਜਾਇਓ ਜੇ ਮਹਾਰਾਜ ਇਹ ਕਿਰਪਾ ਕਰਿਓ। ਮੈਂ ਲੈ ਕੇ ਕੀ ਚੱਲਿਆ? ਮਹਾਰਾਜ ਲੈ ਕੇ ਚੱਲਿਆ ਵੀ ਮੈਂ ਕਿਸੇ ਦਾ ਭਲਾ ਕਰ ਸਕਾਂ, ਪਰਉਪਕਾਰ ਕਰ ਸਕਾਂ, ਮੈਂ ਚੰਗੀ ਗੱਲ ਕਿਸੇ ਨੂੰ ਦੱਸ ਸਕਾਂ। ਇਹ ਗੱਲ ਜੇ ਸੋਚੋਗੇ ਮਨ ਵਿੱਚ ਤੇ ਸਮਝ ਲਓ ਬਹੁਤ ਕੁਝ ਲੈ ਗਏ। ਇਹ ਗੱਲ ਹੋਰ ਮੈਨੂੰ ਚੇਤੇ ਆ ਗਈ, ਸਾਧ ਸੰਗਤ ਜਦੋਂ ਅਸੀਂ ਆਉਂਦੇ ਆ ਨਾ ਤੇ ਮੇਰੀ ਬੇਨਤੀ ਹੈ ਆਪਣੇ ਬੱਚਿਆਂ ਨੂੰ ਜ਼ਰੂਰ ਨਾਲ ਲਿਆਓ। ਇਹ ਮੇਰੀ ਬੇਨਤੀ ਤੁਹਾਨੂੰ ਹੱਥ ਜੋੜ ਕੇ ਸਾਰੀ ਸੰਗਤ ਨੂੰ ਹੈ, ਆਪਣੇ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਆਓ ਤੇ ਕੋਸ਼ਿਸ਼ ਕਰੋ ਉਹਨਾਂ ਨੂੰ ਗੁਰੂ ਦੀ ਹਜ਼ੂਰੀ 'ਚ ਬਿਠਾਉਣ ਦੀ ਕੋਸ਼ਿਸ਼ ਕਰੋ। ਚਲੋ ਜਿੰਨਾ ਸਮਾਂ ਵੀ ਬਹਿ ਜਾਣ, ਮੈਂ ਇਹ ਨਹੀਂ ਕਹਿੰਦਾ ਵੀ ਜਿੰਨਾ ਸਮਾਂ ਦੀਵਾਨ ਚੱਲਦਾ ਲੰਮਾ ਸਮਾਂ ਬਹਿਣ, ਨਹੀਂ ਬੱਚੇ ਕਈ ਵਾਰ ਬੈਠ ਸਕਦੇ ਨਾ ਸਮਾਂ, ਚਲੋ ਉਹ ਕੁਝ ਸਮਾਂ ਭਾਵੇਂ ਕੀਰਤਨ ਸੁਣ, ਵਿਚਾਰ ਸੁਣ, ਬਾਣੀ ਸੁਣ, ਬੱਚਿਆਂ ਨੂੰ ਜ਼ਰੂਰ ਲੈ ਕੇ ਆਇਓ ਜੀ। ਤੇ ਬੱਚਿਆਂ ਨੂੰ ਲਿਆ ਕੇ ਉਧਰ ਭੰਗੂੜੀਆਂ ਵਾਲੇ ਬੰਨੇ ਨਾ ਛੱਡ ਦਿਓ ਜੇ ਵੀ ਤੁਸੀਂ ਝੂਟੇ ਲਓ ਤੇ ਅਸੀਂ ਲੰਗਰ ਛਕ ਲਈਏ। ਇਹ ਇੱਥੇ ਲਿਆ ਕੇ ਦੀਵਾਨ ਦੇ ਵਿੱਚ ਲਿਆ ਕੇ ਜਿੰਨਾ ਸਮਾਂ ਬੈਠ ਸਕਣ। ਇਹ ਮੈਂ ਤਾਂ ਕਹਿ ਰਿਹਾ, ਹਾਲਾਤ ਕੁਝ ਇਦਾਂ ਦੇ ਬਣਦੇ ਜਾ ਰਹੇ, ਬੱਚੇ ਸਾਡੇ ਸਿੱਖੀ ਤੋਂ ਵੀ ਦੂਰ ਹੁੰਦੇ ਜਾ ਰਹੇ ਤੇ ਮਾਂ-ਬਾਪ ਦੀ ਸੇਵਾ ਤੋਂ ਵੀ ਦੂਰ ਹੁੰਦੇ ਜਾ ਰਹੇ। ਕੁਝ ਸਿਖਾ ਨਹੀਂ ਰਹੇ, ਕੁਝ ਦੱਸ ਨਹੀਂ ਰਹੇ। ਜਦੋਂ ਦੱਸਾਂਗੇ ਕੁਝ ਨਹੀਂ, ਸਿਖਾਵਾਂਗੇ ਕੁਝ ਨਹੀਂ ਅਸੀਂ ਬੱਚਿਆਂ ਨੂੰ, ਤੇ ਕਿਵੇਂ ਪਤਾ ਲੱਗੇਗਾ ਸਾਡਾ ਵਿਰਸਾ ਕੀ ਹੈ, ਅਸੀਂ ਉਹਦੇ ਨਾਲ ਜੁੜਨਾ ਕਿਵੇਂ। ਖੈਰ ਵਿੱਚੋਂ ਗੱਲ ਨਿਕਲ ਆਈ, ਮੈਂ ਬੇਨਤੀ ਕਰ ਰਿਹਾ ਸੀ। ਉਹਨੇ ਕਿਹਾ ਜੀ ਮੈਂ ਚੋਰੀ ਛੱਡੀ, ਤੇ ਬਾਬਾ ਭਾਈ ਅਦਰੀ ਜੀ ਨੇ, ਬਾਬਾ ਅਦਰੀ ਨੇ ਕਿਹਾ ਚੋਰੀ ਛੱਡ ਨਾ, ਤੂੰ ਕਰਦਾ ਰਹਿ। ਉਹ ਕਹਿੰਦਾ ਜੀ ਕਮਾਲ ਹੋ ਗਈ ਹੈ, ਤੁਹਾਨੂੰ ਤੇ ਇਹ ਕਹਿਣਾ ਚਾਹੀਦਾ ਵੀ ਉਹ ਚੰਗਾ ਹੋਇਆ ਛੱਡ ਦੇ, ਚੋਰੀ ਛੱਡੀ ਹੈ, ਤੇ ਅੱਗੇ ਕਹਿ ਰਹੇ ਹੋ ਕਰਦਾ ਰਹੇ। ਕਹਿੰਦੇ ਮੈਂ ਉਹਦਾ ਢੰਗ ਬਦਲਣ ਲੱਗਿਆ, ਚੋਰੀ ਦਾ ਤਰੀਕਾ ਬਦਲਣ ਲੱਗਿਆ, ਚੋਰੀ ਤੇਰੇ ਤੋਂ ਕਰਵਾਉਣੀ ਹੈ ਪਰ ਕਰਦਾ ਰਹੇ। ਉਹ ਕਿਹੜੀ ਹੈ ਜੀ? ਫਿਰ ਉਹ ਕਹਿੰਦੇ ਚੋਰੀ ਇਹ ਕਰ ਵੀ ਕਬੀਰ ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਦਿਨ ਰਾਤ ਲੱਗਾ ਰੋ, ਕਰੀ ਚੱਲ ਚੋਰੀ ਜਿੰਨੀ ਮਰਜੀ। ਦਿਨ ਇਹ ਲੁੱਟਣ ਦਾ ਅਰਥ ਵੀ ਤਾਂ ਚੋਰੀ ਹੁੰਦਾ ਹੈ ਨਾ, ਦਿਨ ਰਾਤ ਲੁੱਟ ਇਸ ਪਰਮਾਤਮਾ ਦੇ ਨਾਮ ਨੂੰ, ਵਾਹਿਗੁਰੂ ਦੇ ਨਾਮ ਨੂੰ ਦਿਨ ਰਾਤ ਲੁੱਟਦਾ ਰਹੇ ਪਰਮੇਸ਼ਰ ਦੇ ਨਾਮ। ਹੁਣ ਤੁਸੀਂ ਇਹ ਨਾ ਸਮਝ ਲਿਓ ਵੀ ਬਾਬਾ ਵਿੱਚ ਕਹਿ ਗਿਆ ਚੋਰੀ ਕਰਦੇ ਰਹੋ ਜੀ। ਇੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਚਨ ਆਉਂਦਾ ਹੈ ਵੀ ਸ਼ਰਾਬ ਕੱਢਣ ਦਾ ਤਰੀਕਾ ਕਬੀਰ ਸਾਹਿਬ ਦੱਸਦੇ ਆ। ਤੇ ਉਹ ਕੋਈ ਕਥਾ ਕਰ ਰਿਹਾ ਸੀ ਤੇ ਉਹਨੇ ਪੂਰੀ ਗੱਲ ਤਾਂ ਸੁਣੀ ਨਾ, ਤੇ ਬਾਹਰ ਜਾ ਕੇ ਕਹਿ ਰਿਹਾ, ਕਹਿੰਦਾ ਵਾਹ ਵਾਹ ਅੱਜ ਤੇ ਬਾਬੇ ਨੇ ਸ਼ਰਾਬ ਕੱਢਣ ਦਾ ਤਰੀਕਾ ਬੜਾ ਵਧੀਆ ਦੱਸਿਆ ਉੱਥੇ।
ਉਹਨੇ ਸ਼ਬਦ ਨਹੀਂ ਸੁਣਿਆ ਵੀ ਗੁੜ ਕਰ ਧਿਆਨ, ਗੁੜ ਕਰ ਗਿਆਨ, ਧਿਆਨ ਕਰ ਧਾਵੇ ਵਾਲੀ ਗੱਲ ਵੀ ਉਹ ਗੁੜ ਕਿਹੜਾ, ਧਿਆਨ ਕਿਹੜਾ, ਉਹ ਜਿਹੜੇ ਫੁੱਲ ਕਿਹੜੇ, ਉਹਦੇ ਵਿੱਚ ਘੜਾ ਕਿਹੜਾ, ਪਾਣੀ ਕਿਹੜਾ, ਨੱਪਣਾ ਕਿਵੇਂ, ਉਹਦੇ ਚੋਂ ਸ਼ਰਾਬ ਨਿਕਲਣੀ ਕਿਹੜੀ ਹੈ। ਉਹਨੇ ਤੇਰੇ ਜਿਹੜਾ ਦਿਮਾਗ ਨੂੰ ਪੁੱਠਿਆ ਨਹੀਂ ਕਰ ਦੇਣਾ, ਉਹਦੇ ਵਿੱਚ ਉਹ ਰਸ ਨਿਕਲਣਾ ਤੇਰੇ ਜਿਹੜੇ ਜ਼ਿੰਦਗੀ ਨੂੰ ਪਲਟ ਕੇ ਰੱਖ ਦੇਗਾ। ਉਹ ਤੇ ਗੱਲ ਸੁਣ, ਮੈਂ ਤਾਂ ਕਹਿ ਰਿਹਾ ਗੁਰਮੁਖ, ਜਦੋਂ ਕਥਾ ਚੱਲਦੀ ਹੋਵੇ ਨਾ, ਅੱਜ ਤੇ ਬੜਾ ਡਰ ਕੇ ਕਥਾ ਕਰਨੀ ਪੈਂਦੀ ਹੈ, ਕਿਉਂਕਿ ਪਤਾ ਨਹੀਂ ਕਿਹੜਾ ਬੰਦਾ ਕੀ ਲਾ ਕੇ ਕਿੱਥੇ ਬੈਠਾ, ਉਹਨੇ ਉਹ ਪੂਰੀ ਗੱਲ ਤਾਂ ਲੈਣੀ ਨਹੀਂ, ਇੱਕ ਵਿੱਚੋਂ ਨਿੱਕੀ ਜੀ ਸਕਿੰਟ ਦੀ ਕੱਢ ਕੇ ਮੁੜ ਕੇ ਕਹਿ ਦੇਗਾ ਕਿ ਬਾਬੇ ਨੇ ਕੀ ਕਿਹਾ। ਮੈਂ ਤਾਂ ਕਹਿ ਰਿਹਾ ਸਾਧ ਸੰਗਤ ਜੀ ਕਿ ਬਾਣੀ 'ਚ ਬਹੁਤ ਕੁਝ ਲਿਖਿਆ। ਮੈਂ ਲੁੱਟਣ ਦੀ ਗੱਲ ਕਰ ਰਿਹਾ ਸੀ, ਉਹਨਾਂ ਨੇ ਕਿਹਾ ਲੁੱਟ ਤਗੜਾ ਹੋ ਕੇ, ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਦਿਨ ਰਾਤ ਲੁੱਟਦਾ ਰਹੋ, ਫਿਰ ਪਛਤਾਵਾ ਕੋਈ ਨਹੀਂ ਹੋਣਾ। ਉਹਨਾਂ ਨੇ ਕਿਹਾ ਇਹ ਕੀ ਜੀ? ਕਹਿੰਦੇ ਗੁਰੂ ਰਾਮਦਾਸ ਮਹਾਰਾਜ ਜੋ ਸਾਨੂੰ ਬਖਸ਼ਿਸ਼ ਦਿੱਤੀ ਹੈ, ਉਹੀ ਬਖਸ਼ਿਸ਼ ਅੱਗੇ ਤੈਨੂੰ ਦੇ ਰਹੇ ਹਨ। ਉਹਨਾਂ ਨੇ ਕਿਹਾ ਤੂੰ ਰਸਨਾ ਤੋਂ ਬੋਲ ਸਤਨਾਮ, ਰਸਨਾ ਤੋਂ ਬੋਲ ਸਤਨਾਮ। ਜਦੋਂ ਭਾਈ ਅਦਲੀ, ਬਾਬਾ ਅਦਲੀ ਜੀ ਬੋਲ ਰਹੇ ਨੇ ਸਤਨਾਮ ਵਾਹਿਗੁਰੂ, ਬਾਬਾ ਬਿਧੀ ਚੰਦ ਜੀ ਮਗਰ ਬੋਲ ਰਹੇ ਨੇ। ਇਉਂ ਕਹਿ ਲਓ ਉਸ ਕਹੇ ਹੋਏ ਦੀ ਸੁਰਤ ਨੇ ਇੱਕ ਕਹਿਣ ਵਾਲੇ ਦੀ ਸੁਰਤ ਨੂੰ ਇੰਨਾ ਕੁ ਝੰਜੋੜ ਦਿੱਤਾ ਕਿ ਉਹਦੀ ਇੰਨੀ ਕੁ ਲਿਵ ਲੱਗੀ, ਜੁੜ ਗਿਆ ਪਰਮਾਤਮਾ ਦੇ ਨਾਮ ਨਾਲ, ਜਿਹੜਾ ਚੰਦ ਘੜੀਆਂ ਪਹਿਲਾਂ ਅਜੇ ਉਹ ਚੋਰ ਸੀ। ਮੈਂ ਤਾਂ ਸ਼ੁਰੂ ਚ ਕਿਹਾ ਨਾ ਕਿ ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਦੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਉਹ ਤਾਂ ਸਕਿੰਟ ਵੀ ਨਹੀਂ ਲੱਗਦਾ ਜੇ ਬੁੱਧੀ ਬਦਲਣ ਦੀ ਗੱਲ ਆਵੇ ਤਾਂ। ਇਹਨੇ ਚਿਰ ਨੂੰ ਇਹ ਸਾਰੇ ਆ ਜਾਂਦੇ ਆ ਤੇ ਕੁਟੀਆ ਚ ਆ ਕੇ ਕਹਿੰਦੇ ਜੀ, ਉਹਨਾਂ ਨੇ ਦੇਖਿਆ ਵੀ ਅੰਦਰ ਬੈਠੇ ਤਾਂ ਦੋ ਜਣੇ ਸੀ, ਭਾਈ ਸਾਹਿਬ ਨੂੰ ਬਾਬਾ ਜੀ ਨੂੰ ਤਾਂ ਪਛਾਣ ਲਿਆ, ਪਰ ਦੂਜਾ ਪਛਾਣ ਚ ਨਹੀਂ ਆ ਰਿਹਾ ਕਿਉਂਕਿ ਦੇਖਿਆ ਨਹੀਂ। ਕਹਿੰਦੇ ਜੀ ਸਾਡਾ ਚੋਰ ਆਇਆ ਇੱਥੇ। ਹੁਣ ਤੁਸੀਂ ਦੇਖੋ ਵੀ ਇੱਥੇ ਝੂਠ ਨਹੀਂ ਬੋਲਿਆ ਜਾ ਰਿਹਾ, ਥੋੜਾ ਜਿਹਾ ਧਿਆਨ ਦਿਓ ਜੀ। ਝੂਠ ਤਾਂ ਸੀ ਜੇ ਬਾਬਾ ਬਿਧੀ ਚੰਦ ਜੀ 2 ਮਿੰਟ ਪਹਿਲਾਂ ਇਹ ਕਹਿ ਦਿੰਦੇ ਵੀ ਮੈਂ ਚੋਰ ਹਾਂ ਤੇ ਚੋਰੀ ਕਰਦੇ ਰਹਿਣਾ ਹੈ, ਉਹਨੇ ਕਹਿ ਦੇਣਾ ਸੀ ਵੀ ਆ ਸਾਹਮਣੇ ਚੋਰ ਬੈਠਾ ਅਜੇ ਤੱਕ। ਉਹ ਮੰਨ ਗਿਆ ਸੀ ਵੀ ਅੱਜ ਤੋਂ ਬਾਅਦ ਚੋਰੀ ਛੱਡੀ, ਉਹਨਾਂ ਨੇ ਉਹਨੂੰ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰ ਦਿੱਤੀ ਸੀ। ਤੇ ਮੈਂ ਤਾਂ ਕਿਹਾ ਕਿ ਸਕਿੰਟ ਵਿੱਚ ਚੋਰ ਤੋਂ ਸੰਤ ਬਣ ਲੱਗਿਆ, ਕਿੰਨਾ ਕੁ ਟਾਈਮ ਲੱਗਾ ਕਿ ਸੱਜਣ ਵੀ ਤਾਂ ਠੱਗ ਹੀ ਸੀ। ਮਹਾਰਾਜ ਨੇ ਇੱਕ ਹੀ ਸ਼ਬਦ ਸੁਣਾਇਆ, ਉਸ ਤੋਂ ਬਾਅਦ ਠੱਗ ਥੋੜਾ ਰਹਿ ਗਿਆ। ਅਸੀਂ ਭਾਵੇਂ ਕਹਾਣੀਆਂ ਸੁਣਾਈ ਜਾਂਦੇ ਠੱਗ ਕਹਿ ਕੇ, ਉਹ ਬਣਦਾ ਮਹਾਂਪੁਰਸ਼ ਹੀ ਗਿਆ ਨਾ, ਇੱਕ ਸਕਿੰਟ ਦੇ ਵਿੱਚ ਹੀ ਤੇ ਜੀਵਨ ਬਦਲ ਦਿੱਤਾ ਮਹਾਰਾਜ ਨੇ। ਇਸ ਕਰਕੇ ਬਾਬਾ ਬਿਧੀ ਚੰਦ ਨੂੰ ਹੁਣ ਬਾਬਾ ਅਦਲੀ ਜੀ ਝੂਠ ਨਹੀਂ ਬੋਲ ਰਹੇ। ਉਹ ਕਹਿੰਦੇ ਸਾਡੀ ਕੁਟੀਆ 'ਚ ਕੋਈ ਚੋਰ ਨਹੀਂ, ਤੇ ਸੱਚਮੁੱਚ ਚੋਰ ਥੋੜਾ ਉੱਥੇ ਬੈਠਾ ਸੀ। ਉਸ ਤਾਂ ਗੁਰੂ ਰਾਮਦਾਸ ਦਾ ਸਿੱਖ 2 ਬੈਠੇ ਸਨ, ਪਹਿਲਾਂ ਇੱਕ ਸੀ ਫਿਰ 2 ਹੋ ਗਏ ਨਾ। ਔਰ ਤਾਂ ਇੱਕ ਸਿੱਖ 2 ਸਾਧ ਸੰਗਤ 5 ਪਰਮੇਸ਼ਰ ਬਣ ਗਿਆ। ਔਰ ਤਾਂ ਉੱਥੇ ਤਾਂ ਉਹ ਕਹਿ ਲਓ ਵੀ ਸਿੱਖ ਬੈਠਾ ਗੁਰੂ ਮਹਾਰਾਜ ਦਾ, ਦੂਸਰਾ ਵੀ ਸਿੱਖ ਹੈ ਜਿਹੜਾ ਕਹਿੰਦਾ ਕਿ ਮੈਂ ਚੋਰੀ ਛੱਡੀ, ਮੈਨੂੰ ਸਿੱਖ ਬਣਾ ਲਓ। ਉਹਨੇ ਕਿਹਾ ਸਿੱਖ ਗੁਰੂ ਰਾਮਦਾਸ ਦਾ ਬਣ। ਮੈਂ ਬੇਨਤੀ ਕਰ ਰਿਹਾ ਸਾਧ ਸੰਗਤ, ਉਹਨਾਂ ਨੇ ਕਿਹਾ ਵੀ ਸਾਡੀ ਕੁਟੀਆ 'ਚ ਚੋਰ ਕੋਈ ਨਹੀਂ ਹੈ ਭਾਈ, ਤੁਸੀਂ ਦੇਖ ਲਓ ਜੇ ਤੁਹਾਨੂੰ ਕਿਤੇ ਨਜ਼ਰ ਆਉਂਦਾ ਹੈ। ਜਦੋਂ ਦੇਖਿਆ ਤੇ ਉਹ ਸੱਚਮੁੱਚ ਕਹਿਣ ਲੱਗੇ ਵੀ ਇੱਥੇ ਤਾਂ ਚੋਰ ਤਾਂ ਨਜ਼ਰ ਆ ਨਹੀਂ ਰਿਹਾ, ਕਿਉਂਕਿ ਉਹ ਵੀ ਸੁਰਤ ਜੁੜੀ ਹੋਈ ਪਰਮੇਸ਼ਰ ਦੇ ਨਾਮ ਨਾਲ ਬਾਬਾ ਬਿਧੀ ਚੰਦ ਜੀ ਚਲੇ ਗਏ ਉੱਥੇ। ਜਦੋਂ ਵਾਪਸ ਆ ਗਏ ਹੁਣ ਸੋਚਦੇ ਆ ਵੀ ਚੋਰ ਗਿਆ ਤੇ ਗਿਆ ਕਿਧਰ। ਚਲੋ ਇਸ ਕਹਾਣੀ ਨੂੰ ਅੱਗੇ ਨਹੀਂ ਕਿਸੇ ਨੇ ਵੀ ਖੋਲਿਆ ਵੀ ਕੀ ਬਣਿਆ ਕੀ ਨਹੀਂ ਬਣਿਆ, ਇਉਂ ਕਹਿ ਲਓ ਮੈਂ ਆਪਣੇ ਢੰਗ ਮੁਤਾਬਕ ਨਾਲ ਇਹ ਸੋਚਦਾ ਹਾਂ ਕਿ ਬਾਬਾ ਅਦਲੀ ਜੀ ਨੇ ਹੋ ਸਕਦਾ ਸਾਰੇ ਉਹਨਾਂ ਆਇਆ ਹੋਇਆ ਨੂੰ ਬਿਠਾ ਲਿਆ ਹੋਵੇ ਕੋਲ। ਜੋ ਮੈਂ ਸੋਚ ਰਿਹਾ ਹੁਣੀ ਵੀ ਜ਼ਰੂਰੀ ਨਹੀਂ ਵੀ ਜੇ ਮੈਂ ਸੋਚ ਰਿਹਾ ਇਹੀ ਗੱਲ ਹੁੰਦੀ ਹੋਵੇਗੀ, ਸਿਰਫ ਇੱਕ ਆਪਾਂ ਅੰਦਾਜ਼ੇ ਹੀ ਲਾ ਰਹੇ ਹਾਂ ਨਾ ਵੀ ਬਿਠਾ ਲਿਆ ਹੋਵੇਗਾ ਤੇ ਕਿਹਾ ਹੋਵੇਗਾ ਭਾਈ ਤੁਹਾਡੀਆਂ ਮੱਝਾਂ ਚੋਰੀ ਕਰਨ ਵਾਲਾ ਚੋਰ ਤਾਂ ਨਹੀਂ, ਪਰ ਤੁਹਾਡੀਆਂ ਮੱਝਾਂ ਚੋਰੀ ਕਰਨ ਵਾਲਾ ਆਹੀ ਮੇਰੇ ਕੋਲ ਬੈਠਾ ਜਿਹੜਾ ਹੁਣ ਗੁਰੂ ਦਾ ਸਿੱਖ ਬਣ ਗਿਆ, ਇਹਨੇ ਸਾਰਾ ਕੁਝ ਛੱਡ ਦਿੱਤਾ ਹੈ। ਇਹਦੇ ਵੱਲੇ ਵੇਖ ਕੇ ਤੁਸੀਂ ਵੀ ਆਪਣੇ ਜੀਵਨ 'ਚ ਕੋਈ ਨਾ ਕੋਈ ਬਦਲਾਅ ਲੈ, ਤੁਸੀਂ ਵੀ ਜੁੜ ਜਾਓ ਗੁਰੂ ਦੇ ਨਾਲ। ਮੈਂ ਕਹਿੰਦਾ ਹੋ ਸਕਦਾ ਉਸ ਮਹਾਂਪੁਰਸ਼ ਦੀ ਜੇ ਇੱਕ ਚੋਰ ਉੱਤੇ ਨਿਗਾਹ ਪੈਣ ਨਾਲ, ਉਹਦੀ ਦ੍ਰਿਸ਼ਟੀ ਪੈਣ ਨਾਲ ਜੇ ਜੀਵਨ ਬਦਲ ਗਿਆ ਤੇ ਬਾਕੀਆਂ ਤੇ ਕਿਰਪਾ ਕਿਉਂ ਨਾ ਹੋਏਗੀ ਜਿਨ੍ਹਾਂ ਦਾ ਮਾਨ ਸਨਮਾਨ ਪਹਿਲੇ ਇਲਾਕੇ ਵਿੱਚ ਬਹੁਤ ਜ਼ਿਆਦਾ ਸੀ। ਹੋ ਸਕਦਾ ਇਸ ਤਰ੍ਹਾਂ ਦਾ ਕੁਝ ਵਾਪਰਿਆ ਹੋਵੇ। ਖੈਰ ਗੱਲ ਇੱਥੇ ਖਤਮ ਹੋ ਜਾਂਦੀ ਹੈ ਕਿ ਉਹਨਾਂ ਨੇ ਉੱਥੋਂ ਚਲੇ ਜਾਂਦੇ ਆ। ਬਾਬਾ ਬਿਧੀ ਚੰਦ ਨੂੰ ਬਾਬਾ ਅਦਲੀ ਜੀ ਕਹਿੰਦੇ ਹੈ ਕਿ ਹੁਣ ਆਪਾਂ ਇੱਥੇ ਨਹੀਂ ਰੁਕਣਾ, ਮੈਂ ਤੁਹਾਨੂੰ ਨਾਮਦਾਨ ਦੇਣ ਵਾਲਾ ਨਹੀਂ, ਸਿਰਫ ਮੈਂ ਤਾਂ ਗੁਰੂ ਦਾ ਵਚਨ ਦੱਸਣ ਵਾਲਾ ਹਾਂ। ਤੇ ਸਿੱਖੀ ਦੀ ਦਾਤ ਝੋਲੀ 'ਚ ਪਾਉਣੀ ਇਹ ਗੁਰੂ ਰਾਮਦਾਸ ਦੇ ਦਰਬਾਰ 'ਚ ਜਾਣਾ ਪਏਗਾ, ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਲੈ ਕੇ ਆਂਦਾ। ਇਉਂ ਕਹਿ ਲਓ ਗੁਰੂ ਰਾਮਦਾਸ ਮਹਾਰਾਜ ਜੀ ਉਸ ਵੇਲੇ ਨਹੀਂ ਸਨ, ਉਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਸਾਧ ਸੰਗਤ ਜੀ ਗੁਰਗੱਦੀ ਤੇ ਬਿਰਾਜਮਾਨ ਸਨ। ਸਿੱਖ ਗੁਰੂ ਰਾਮਦਾਸ ਦੇ ਸਨ ਭਾਈ ਅਦਲੀ ਜੀ, ਪਰ ਬਾਬਾ ਬਿਧੀ ਚੰਦ ਦੀ ਘਟਨਾ ਵਾਪਰਨ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਸਨ ਉਸ ਵੇਲੇ, ਕਿਉਂਕਿ ਗੁਰੂ ਰਾਮਦਾਸ ਜੀ ਮਹਾਰਾਜ ਸਰੀਰਕ ਜਾਮਾ ਚੋਲਾ ਤਿਆਗ ਚੁੱਕੇ ਸਨ। ਇਹ ਫਿਰ ਲੈ ਕੇ ਆਏ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੁਰੂ ਅਰਜਨ ਦੇਵ ਦੇ ਚਰਨਾਂ ਵਿੱਚ ਲਿਆ ਕੇ ਬੇਨਤੀ ਕੀਤੀ, ਮਹਾਰਾਜ
ਆ ਜਿਹੜਾ ਆਦਮੀ ਆਇਆ, ਮਨੁੱਖ ਆਇਆ ਹੈ महाराज, ਇਹਨੂੰ ਨਾਮ ਦੀ ਦਾਤ ਦੇ ਦਿਓ, ਉਹਦੀ ਝੋਲੀ ਚ ਪਾ ਦਿਓ। ਮਹਾਰਾਜ ਨੇ ਪੁੱਛਿਆ ਇਹਦਾ ਨਾਂ ਕੀ ਹੈ? ਉਹਨਾਂ ਕਹਿੰਦੇ ਨਾਂ ਤੇ ਇਹਨੇ ਵਿਧਿਆ ਆਪਣਾ ਦੱਸਿਆ ਹੈ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਵਿਧਿਆ ਇਹ ਸੱਚਮੁੱਚ ਹੀ ਵਿਧੀਆਂ ਵਾਲੇ ਕੰਮ ਕਰੇਗਾ। ਇਹ ਬਖਸ਼ਿਸ਼ ਗੁਰੂ ਅਰਜਨ ਦੇਵ ਜੀ ਨੇ ਕਰ ਦਿੱਤੀ। ਸਮਾਂ ਆਇਆ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ, ਮੈਂ ਤਾਂ ਕਹਿਣ ਲੱਗਿਆ ਕਿ ਜੇ ਪ੍ਰਾਨੀ ਹਰ ਜਸ ਕਹਿਓ ਨਾਨਕ, ਤੇ ਇਹ ਜਗ ਜੀਤ ਜਿਨ੍ਹਾਂ ਨੇ ਜਸ ਕੀਤਾ ਜਗਤ ਦੇ ਵਿੱਚ ਕਿਵੇਂ ਜਿੱਤ ਹਾਸਲ ਕਰਦੇ ਨੇ, ਉਹ ਮਨ ਕਰਕੇ ਵੀ ਜਿੱਤ ਜਾਂਦੇ ਆ ਤੇ ਉਦਾਂ ਵੀ ਸੰਸਾਰ ਜਿੱਤ ਹਾਸਲ ਕਰਦੇ ਆ। ਸਮਾਂ ਆਉਂਦਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ। ਗੁਰੂ ਹਰਗੋਬਿੰਦ ਮਹਾਰਾਜ ਨੇ ਕਿਹਾ ਵੀ ਜਿਨ੍ਹਾਂ ਨੇ ਇੱਥੇ ਆਉਣਾ ਸਾਡੇ ਕੋਲੇ, ਉਹ ਘੋੜੇ ਲੈ ਕੇ ਤੇ ਜਵਾਨੀਆਂ ਲੈ ਕੇ, ਨੌਜਵਾਨ ਹਥਿਆਰ ਤੇ ਘੋੜੇ ਲੈ ਕੇ ਆਉਣ, ਫੌਜ ਤਿਆਰ ਕਰਨੀ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦ ਹੋ ਚੁੱਕੇ ਸਨ। ਬਾਬਾ ਬਿਧੀ ਚੰਦ ਜੀ 500 ਨੌਜਵਾਨ ਨੂੰ ਸੁਰ ਸਿੰਘ ਪਿੰਡ ਤੋਂ ਲੈ ਕੇ ਆਏ ਸੀ। ਇਹ ਸ਼ੀਨਾ ਪਿੰਡ ਜਿਹੜਾ ਉਹਨਾਂ ਦਾ ਪਿੰਡ ਸ਼ੀਨਾ, ਸੁਰ ਸਿੰਘ ਆ ਕੇ ਮੁੜ ਕੇ ਪਰਿਵਾਰ ਟਿਕ ਗਿਆ ਸੀ, ਤਾਂ ਕਰਕੇ ਕਈਆਂ ਨੂੰ ਭੁਲੇਖਾ ਵੀ ਉਹ ਸੁਰ ਸਿੰਘ ਪਿੰਡ ਦੇ ਨੇ। ਸ਼ੀਨੇ ਤੋਂ ਮੁੜ ਕੇ ਇਸ ਤਰ੍ਹਾਂ ਹੁੰਦਾ ਰਿਹਾ, ਆਪਣੇ ਜੱਦੀ ਪਿੰਡ ਤੋਂ ਕਈ ਦੂਜੀ ਜਗ੍ਹਾ ਤੇ ਚਲੇ ਜਾਂਦੇ ਸਨ, ਉੱਥੇ ਜਾ ਕੇ ਵਸ ਜਾਂਦੇ ਸੀ, ਐਸਾ ਹੁੰਦਾ ਰਿਹਾ। ਉੱਥੋਂ ਫਿਰ 500 ਨੌਜਵਾਨ ਨੂੰ ਲੈ ਕੇ ਆਏ, ਫੌਜ ਵਿੱਚ ਭਰਤੀ ਕਰਾਇਆ। ਥੋੜਾ ਤੁਹਾਡਾ ਬਸ 5-7 ਮਿੰਟ ਦਾ ਸਮਾਂ ਲੈਣਾ, ਮੈਂ ਸਮਾਪਤੀ ਕਰਨ ਲੱਗਾ। ਜਦੋਂ ਉੱਥੇ ਲੈ ਕੇ ਆਏ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੇ, ਮਹਾਰਾਜ ਨੇ ਬੜੀਆਂ ਬਖਸ਼ੀਆਂ ਸਿੱਖ ਦੇ ਉੱਤੇ ਕੀਤੀਆਂ। ਜਦੋਂ 2 ਘੋੜੇ ਜਿਹੜੇ ਸੀ ਲੈ ਕੇ ਆਏ ਬਾਬਾ ਬਿਧੀ ਚੰਦ ਜੀ, ਇੱਕ ਘਾਈ ਬਣ ਕੇ, ਇੱਕ ਨਜ਼ੂਮੀਆਂ ਬਣ ਕੇ, ਨਜ਼ੂਮੀ ਸਮਝ ਕੇ ਜੋਤਸ਼ੀ ਬਣ ਕੇ, ਇੱਕ ਘਾਈ ਬਣ ਕੇ ਲਿਆਏ ਸੀ, ਇੱਕ ਜੋਤਸ਼ੀ ਬਣ ਕੇ ਲਿਆਏ ਸੀ। ਤੇ ਪੱਟੀ ਦੇ ਚੌਧਰੀ ਨੇ ਦੇ ਦਿਸ਼ਾਲੇ ਖੋਏ ਸਨ, ਉਹ ਦਿਸ਼ਾਲੇ ਵੀ ਬਾਬਾ ਬਿਧੀ ਚੰਦ ਜੀ ਲੈ ਕੇ ਗਏ ਸਨ। ਭੇਸ਼ ਬਣਾ ਕੇ, ਔਰਤ ਵਾਲਾ ਭੇਸ਼ ਲਿਬਾਸ ਬਣਾ ਕੇ ਇਸ ਪੱਟੀ ਤੋਂ ਉਹ ਦਿਸ਼ਾਲੇ ਲੈ ਕੇ ਗਏ ਸੀ। ਗੁਰਦੁਆਰਾ ਮੌਜੂਦ ਹੈ। ਮੈਂ ਸਿਰਫ ਉਹਨਾਂ ਦੀ ਇੱਕ ਬੇਨਤੀ ਕਰਨ ਲੱਗਿਆ ਕਿ ਜਦੋਂ ਨਾਨਕ ਤੇ ਜਗ ਜੀਤ ਵਾਲੇ ਜਿਹੜੇ ਸਿੱਖ ਨੇ, ਜਦੋਂ ਘਟਨਾ ਵਾਪਰਦੀ, ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਕੈਸਾ ਜੀਵਨ ਤੇ ਗੁਰੂ ਦੀਆਂ ਕਿੰਨੀਆਂ ਰਹਿਮਤਾਂ ਲੈ ਲੈਂਦੇ ਨੇ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਿਹਾ, ਮਹਾਰਾਜ ਜਦੋਂ ਇਹ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ, ਘੋੜਿਆਂ ਵਾਲੀਆਂ ਤੇ ਸਾਧ ਸੰਗਤ ਜੀ ਦਿਸ਼ਾਲਿਆਂ ਵਾਲੀਆਂ, ਫਿਰ ਬਾਬਾ ਬਿਧੀ ਚੰਦ ਨੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਕਿਹਾ, ਮਹਾਰਾਜ ਮੈਂ ਤੁਹਾਡੇ ਕੋਲ ਕੁਝ ਮੰਗਣਾ ਹੈ। ਤੇ ਮਹਾਰਾਜ ਨੇ ਕਿਹਾ ਕੀ ਮੰਗਣਾ? ਉਹਨੇ ਕਿਹਾ 4 ਚੀਜ਼ਾਂ ਮੰਗਣੀਆਂ ਨੇ। ਮਹਾਰਾਜ ਕਹਿੰਦੇ ਕਿਹੜੀਆਂ ਕਿਹੜੀਆਂ? ਉਹ 4 ਚੀਜ਼ਾਂ ਮੰਗੀਆਂ ਕਿ ਸਤਿਗੁਰੂ का अंग, साध का संग, निष्ठा नाम का रंग, निष्ठा अभंग। ਇਹਦੇ ਅਰਥ ਹੋ ਗਏ ਵੀ ਸਤਿਗੁਰੂ ਦਾ ਹਮੇਸ਼ਾ ਅੰਗ ਸੰਗ ਬਣਿਆ ਰਹੇ, ਸਾਧ ਸੰਗਤ ਨਾਲ ਮੇਰਾ ਮਿਲਾਪ ਬਣਿਆ ਰਹੇ, ਨਿਸ਼ਚਾ ਮੇਰਾ ਅਭੰਗ ਕਦੀ ਟੁੱਟਣ ਵਾਲਾ ਨਾ ਹੋਵੇ, ਨਾਮ ਦਾ ਰੰਗ ਚੜਿਆ ਰਹੇ, ਤੇ ਨਿਸ਼ਚੈ ਦਾ ਭਾਵ ਭਰੋਸਾ, ਦ੍ਰਿੜਤਾ ਜਿਹੜੀ ਹੈ ਮੈਨੂੰ ਮਹਾਰਾਜ ਸਦਾ ਆਪਣੇ ਗੁਰੂ ਤੇ ਬਣੀ ਰਹੇ। ਫਿਰ ਗੁਰੂ ਮਹਾਰਾਜ ਨੇ ਇਹ ਬਖਸ਼ਿਸ਼ਾਂ ਕਰ ਦਿੱਤੀਆਂ ਬਾਬਾ ਬਿਧੀ ਚੰਦ ਦੇ। ਉਹਨਾਂ ਕੀ ਸ਼ਬਦ ਵਰਤੇ? ਕੋਈ 4 ਹੀ ਸ਼ਬਦ ਫਿਰ ਮਹਾਰਾਜ ਨੇ ਵਰਤੇ। ਉਹਨਾਂ ਕਿਹਾ ਬਿਧੀ ਚੰਦ ਸ਼ੀਨਾ, ਸ਼ੀਨਾ ਪਿੰਡ ਦਾ ਨਾਮ ਲੈ ਲਿਆ। ਬਿਧੀ ਚੰਦ ਸ਼ੀਨਾ, ਗੁਰੂ ਕਾ ਸੀਨਾ ਕਿਹਾ। ਸੀਨਾ, ਸੀਨਾ ਆਪਾਂ ਸਮਝ ਗਏ ਸਾਰੇ। ਆਪਾਂ ਬਹੁਤ ਕਿਸੇ ਨੂੰ ਮੁਹੱਬਤ ਪਿਆਰ ਕਰਦੇ ਹੋਈਏ, ਆਪਾਂ ਕਹਿੰਦੇ ਤੇਰੇ ਵਾਸਤੇ ਤੇ ਮੇਰੇ ਦਿਲ 'ਚ ਥਾਂ ਹੈ। ਜਦੋਂ ਅਸੀਂ ਪ੍ਰੇਮ ਮੁਹੱਬਤ ਬਹੁਤ ਕਰੀਏ, ਆਪਾਂ ਸ਼ਬਦ ਹੀ ਵਰਤੇ ਆ ਨਾ ਵੀ ਤੈਨੂੰ ਮੈਂ ਆਪਣੇ ਦਿਲ 'ਚ ਥਾਂ ਦਿੱਤੀ ਹੈ। ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਅਸੀਂ ਦਿਲ ਵਿੱਚ ਥਾਂ ਦੇ ਰਹੇ ਉਹਨੂੰ। ਕਿਹਨੂੰ ਦਾ ਥਾਂ ਦੇ ਰਹੇ ਦਿਲ ਵਿੱਚ? ਜਿਹੜਾ ਮੱਝਾਂ ਚੋਰੀਆਂ ਕਰਨ ਵਾਲਾ ਤੇ ਬਾਬਾ ਅਦਲੀ ਜੀ ਦੇ ਕੋਲ ਆ ਕੇ 1 ਮਿੰਟ ਸਕਿੰਟ ਵਿੱਚ ਆਪਣਾ ਜੀਵਨ ਤਬਦੀਲ ਕਰ ਜਾਂਦਾ ਹੈ, ਉਹਨੂੰ ਮਹਾਰਾਜ ਕਹਿ ਰਹੇ ਨੇ ਕਿ ਮੈਂ ਤੈਨੂੰ ਆਪਣੇ ਸੀਨੇ 'ਚ ਥਾਂ ਦਿੱਤੀ ਹੈ। ਨਾਨਕ ਤੇ ਜਗ ਜੀਤ ਮਹਾਰਾਜ ਕਹਿ ਰਹੇ ਨੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ, ਬਿਧੀ ਚੰਦ ਸ਼ੀਨਾ, ਗੁਰੂ ਕਾ ਸੀਨਾ, ਪ੍ਰੇਮ ਰੰਗ ਭੀਨਾ। ਤੂੰ ਪ੍ਰੇਮ ਦਾ ਰੰਗ ਮੰਗਿਆ ਸੀ, ਮਹਾਰਾਜ ਕਹਿੰਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਜਾਏਗਾ। ਤੇ ਅਖੀਰ 'ਚ ਮਹਾਰਾਜ ਨੇ ਕਿਹਾ ਸੀ ਕਿ ਬਿਧੀ ਚੰਦ ਸ਼ੀਨਾ, ਗੁਰੂ ਕਾ ਸੀਨਾ, ਪ੍ਰੇਮ ਰੰਗ ਭੀਨਾ। ਤੇ ਮਹਾਰਾਜ ਨੇ ਕਿਹਾ ਸੀ ਕੋਈ ਕਮੀ ਨਾ। ਮਹਾਰਾਜ ਨੇ ਕਿਹਾ ਤੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹੇਗੀ। 4 ਹੀ ਵਚਨ ਫਿਰ ਮਹਾਰਾਜ ਨੇ ਕਿਹਾ ਸੀ ਬਾਬਾ ਬਿਧੀ ਚੰਦ ਨੂੰ। ਮੈਂ ਤਾਂ ਕਿਹਾ ਗੁਰਮੁਖੋ, ਸਤਿਗੁਰੂ ਮਹਾਰਾਜ ਜੀ ਜਦੋਂ ਰਹਿਮਤ ਬਖਸ਼ਿਸ਼ ਵਰਦੀ ਹੈ, ਜਿਸ ਉਸ ਮਹਾਂਪੁਰਖ ਦਾ ਅਸੀਂ ਇਹ ਯਾਦ ਵਿੱਚ ਜੁੜੇ ਹੋਏ ਹਾਂ, ਉਹਨਾਂ ਦੇ ਇੱਕ ਝਲਕਾਰੇ ਨੇ ਕਹਿ ਲਓ, ਇੱਕ ਬਚਨ ਨੇ ਕਹਿ ਲਓ, ਇੱਕ ਮਿੰਟ ਦੀ ਸੰਗਤ ਨੇ ਕਹਿ ਲਓ ਕਿ ਬਾਬਾ ਬਿਧੀ ਚੰਦ ਵਰਗੇ ਮਹਾਨ ਸਤਿਪੁਰਸ਼ ਨੂੰ ਕਿੱਡਾ ਉੱਚਾ ਰੁਤਬਾ ਦਵਾ ਦਿੱਤਾ, ਜਿਹੜਾ ਗੁਰੂ ਦਾ ਸੀਨਾ ਬਣ ਗਿਆ। ਉਹਨਾਂ ਦੇ ਪਾਏ ਹੋਏ ਪੂਰਨੇ ਜਿਹੜੇ ਹੁੰਦੇ ਉੱਤੇ ਚੱਲਣ ਦਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਗੁਰੂ ਕਿਰਪਾ ਕਰੇ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਗੁਰੂ ਚਰਨਾਂ 'ਚ ਆਉਂਦੇ ਆ ਤੇ ਸਤਿਗੁਰੂ ਮਹਾਰਾਜ ਦੀਆਂ ਅਸੀਸਾਂ ਲੈਣ ਵਾਸਤੇ ਆਉਂਦੇ ਆ। ਸਤਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ, ਵਾਹਿਗੁਰੂ ਸਾਡੇ ਤੇ ਕਿਰਪਾ ਕਰ, ਔਗੁਣਾਂ ਤੋਂ ਸਾਨੂੰ ਬਚਾ ਕੇ ਗੁਣ ਗ੍ਰਹਿਣ ਕਰਨ ਦੀ ਮਤ ਬੋਧੀ ਤੇ ਸੋਝੀ ਸਤਿਗੁਰੂ ਸਾਨੂੰ ਬਖਸ਼ਿਸ਼ ਕਰਨ। ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਮੂਹ ਨਾਨਕ ਨਾਮ ਲੇਵਾ
ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੇ ਪਿਆਰ ਨਾਲ ਦਿਨ ਤੋਂ ਤਨ ਮਨ ਧਨ ਕਰਕੇ ਬੇਅੰਤ ਸੇਵਾਵਾਂ ਕੀਤੀਆਂ। ਸਤਿਗੁਰੂ ਇਸੇ ਤਰ੍ਹਾਂ ਕਿਰਪਾ ਕਰਕੇ ਆਪਣੇ ਦਰ ਘਰ ਨਾਲ ਜੁੜ ਕੇ ਸੇਵਾ ਕਰਨ ਦੀ ਸੋਝੀ ਬਖਸ਼ਿਸ਼ ਕਰਨ। ਭੁੱਲ ਚੁੱਕ ਦੀ ਖਿਮਾ ਪਿਆਰ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।